ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਗੁਰੂ ਦੇ ਓਟ ਆਸਰੇ ਦੇ ਨਾਲ ਅੱਜ ਅਸੀਂ ਵਿਦਿਆਰਥੀ, ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਇਕੱਠੇ ਹੋਏ ਆ ਅਤੇ ਅਸੀਂ ਗੱਲਾਂ ਬਾਤਾਂ ਕਰਨੀਆਂ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਐਕਸਪੀਰੀਅੰਸ ਕੀ ਆ ਜਦੋਂ ਇਹ ਮੁਲਕ ਦੇ ਵਿੱਚ ਆਉਂਦੇ ਆ, ਅਤੇ ਸਾਨੂੰ ਕੀ ਕੀ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ, ਅਤੇ ਕੀ ਅਸੀਂ ਆਸ਼ਾਵਾਂ ਲੈ ਕੇ ਇੱਥੇ ਆਉਂਦੇ ਆ, ਅਤੇ ਸਾਡੇ ਸੁਪਨੇ ਕੀ ਆ ਬੇਸਿਕਲੀ, ਅਤੇ ਅੱਗੇ ਅਸੀਂ ਕੀ ਕਰਨਾ ਚਾਹੁੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਬਾਰੇ ਅਸੀਂ ਗੱਲਬਾਤ ਕਰਾਂਗੇ। ਦਾਸ ਦਾ ਨਾਮ ਜਸਪ੍ਰੀਤ ਸਿੰਘ, ਅਤੇ ਇਹ ਜਿਹੜਾ ਸ਼ੋਅ ਆ ਇੰਟਰਨੈਸ਼ਨਲ ਸਟੂਡੈਂਟ ਸ਼ੋਅ ਆ। ਅਸੀਂ ਸਾਰੇ ਇੰਟਰਨੈਸ਼ਨਲ ਸਟੂਡੈਂਟ ਸਪੋਰਟ ਨੈਟਵਰਕ ਅੰਤਰਰਾਸ਼ਟਰੀ ਵਿਦਿਆਰਥੀ ਸੱਥ ਦੇ ਮੈਂਬਰ ਆ। ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਗੁਰੂ ਦੇ ਓਟ ਆਸਰੇ ਦੇ ਨਾਲ ਅਸੀਂ ਇਕੱਠੇ ਹੋਏ ਆ। ਸੋ ਧੰਨਵਾਦ ਸਿੱਖ ਚੈਨਲ ਦਾ, ਤੁਹਾਡਾ ਬਹੁਤ ਬਹੁਤ, ਮੇਰੇ ਵੀਰ ਫਲੈਕਸ ਸਿੰਘ ਦਾ ਬਹੁਤ ਬਹੁਤ ਧੰਨਵਾਦ, ਅਤੇ ਮਾਲਕ ਦੀ ਕਿਰਪਾ ਦੇ ਨਾਲ ਅਸੀਂ ਸਾਰੀ ਗੱਲਬਾਤ ਅੱਜ ਸ਼ੁਰੂ ਕਰੂੰਗੇ। ਸੋ ਮੇਰਾ ਨਾਮ ਜਸਪ੍ਰੀਤ ਸਿੰਘ, ਮੈਂ ਦੱਸਿਆ ਬਰਮਿੰਘਮ ਸਿਟੀ ਯੂਨੀਵਰਸਿਟੀ ਦਾ ਵਿਦਿਆਰਥੀ, ਮੈਂ ਇੱਥੇ PhD ਕਰਨ ਡਿਆ ਆ। ਅਤੇ ਮੇਰੇ ਨਾਲ ਆ ਭੁਪਿੰਦਰ ਸਿੰਘ, ਮੈਂ ਪੰਜਾਬ ਤੋਂ ਬਿਲੋਂਗ ਕਰਦਾ ਜੀ, ਚੰਡੀਗੜ੍ਹ ਤੋਂ, ਅਤੇ ਇੱਥੇ ਹੁਣ ਕਰ ਰਹੇ ਹਾਂ BSc ਕੰਪਿਊਟਰ ਸਾਇੰਸਿਸ ਇਨ ਦ ਫਸਟ ਈਅਰ ਰਾਈਟ ਨਾਓ। ਵਧੀਆ ਕਿਰਪਾ। ਅਤੇ ਮੇਰੇ ਨਾਲ ਆ Rajdeep Kaur. I'm born and brought up in Ranchi, Jharkhand, but I'm originally from Punjab, basically from Gurdaspur and the Chandigarh side. And मैं ਇੱਥੇ ਮਾਸਟਰਸ ਇਨ ਇੰਟਰਨੈਸ਼ਨਲ ਬਿਜ਼ਨਸ ਕਰ ਰਹੀ ਹਾਂ ਫਰੋਮ ਬਰਮਿੰਘਮ ਸਿਟੀ ਯੂਨੀਵਰਸਿਟੀ। ਬਹੁਤ ਵਧੀਆ, ਥੈਂਕ ਯੂ। ਅਤੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਵੀ ਪੁੱਛੂੰਗਾ ਕਿ ਤੁਹਾਡੇ ਸ਼ੌਂਕ ਕਿਹੜੇ ਕਿਹੜੇ ਆ? ਸ਼ੌਂਕ ਤਾਂ ਜੀ ਹਲੇ ਖੇਡਣ ਕੁੱਦਣ ਦਾ ਹੀ ਹੈ ਜੀ। ਸਮਰ ਹੌਲੀਡੇਜ਼ ਚੱਲਦੀਆਂ, ਸੋ ਮੇਨਲੀ ਹਲੇ ਹੈ ਸਪੋਰਟਸ ਦੇ ਵਿੱਚ ਬੈਡਮਿੰਟਨ ਮੋਸਟਲੀ, ਅਤੇ ਬਾਕੀ ਜਿਹੜਾ ਵਿਹਲਾ ਟਾਈਮ ਮਿਲਿਆ ਉਹਦੇ 'ਚ ਹਾਈਕਿੰਗ ਕਰ ਲਈਦੀ ਹੈ ਜੀ। ਦੈਟਸ ਆਲ। ਵਧੀਆ ਵਧੀਆ। ਅਤੇ ਰਾਜੀਵ ਤੁਹਾਡੇ? मेरे शौक बाप रे मैं कहता बहुत लंबी लिस्ट है। डांस, सिंगिंग, इंस्ट्रूमेंट प्लेइंग, देन ट्रैवलिंग, आर्ट, और ਇੱਕ ਹੋਰ ਬਹੁਤ ਸਪੈਸ਼ਲ ਆ। स्पेशल आई एम एन इंटरनेशनल सर्टिफाइड योगा प्रोफेशनल एंड या दैट आल्सो आई मीन लॉट ऑफ थिंग्स मैंने याद भी नहीं आ रहा हूँ। सब कुछ ਜਿਹੜਾ ਮੌਕਾ ਮਿਲ ਜਾਵੇ, ਜਿਹੜੀ ਚੀਜ਼ ਸਿੱਖਣ ਨੂੰ ਮਿਲ ਜਾਵੇ। ਯੈਸ, ਜਦ ਮੈਂ UK ਆਈ ਸੀ ਤਾਂ ਮੇਰੀ ਬਹੁਤ ਵੱਡਾ ਡਰੀਮ ਸੀ ਕਿ ਮੈਂ ਪੋਲ ਡਾਂਸਿੰਗ ਸਿੱਖਾਂ ਇੱਥੇ, ਬਿਕੋਜ਼ ਮੈਨੂੰ ਫਿਟਨੈਸ ਵੱਲ ਇੰਟਰਸਟ ਹੈ ਨਾਲੇ, ਬਿਕੋਜ਼ ਮੇਰੇ ਸਿਟੀ 'ਚ ਸੀਗਾ ਨਹੀਂ। ਸੋ ਦ ਮੋਮੈਂਟ ਆਈ ਕੇਮ ਟੂ ਦ UK ਆਈ ਜੁਆਇਨ ਦ ਕਲਾਸਿਸ ਐਂਡ ਆਈ ਐਡਡ ਸਮਥਿੰਗ ਮੋਰ ਇਨ ਮਾਈ ਲਿਸਟ। ਸੋ ਯਾ, ਬੜੀ ਕਿਰਪਾ ਮਹਾਰਾਜ ਦੀ, ਬਹੁਤ ਵਧੀਆ। ਅਤੇ ਮੇਰੇ ਵੀ ਸ਼ੌਂਕ ਆ ਥੋੜ੍ਹੇ ਜਿਹੇ। ਸ਼ੁਕਰ ਮਾਲਕ ਦਾ, ਮੈਨੂੰ ਕੀਰਤਨ ਦਾ ਬਹੁਤ ਸ਼ੌਂਕ ਆ। ਇੱਥੇ ਗੁਰਮਤਿ ਸੰਗੀਤ ਅਕੈਡਮੀ, ਸਾਡੇ ਉਸਤਾਦ ਹਰਜਿੰਦਰ ਸਿੰਘ ਲਾਲੀ, ਮੈਂ ਉਹਨਾਂ ਕੋਲ ਸਿੱਖਦਾ। ਮਾਲਕ ਦਾ ਬਹੁਤ ਬਹੁਤ ਸ਼ੁਕਰ ਆ। ਅਤੇ ਹੁਣ ਰੀਸੈਂਟਲੀ ਮੈਨੂੰ ਪੜ੍ਹਾਈ ਦਾ ਜ਼ਿਆਦਾ ਸ਼ੌਂਕ ਪਿਆ ਆ, ਖਾਸ ਕਰਕੇ ਨੌਜਵਾਨੀ ਅਤੇ ਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਇਹ ਜਿਹੜੀਆਂ ਸੰਸਥਾਵਾਂ ਆ, ਇਹਨਾਂ ਕਰਕੇ ਹੁਣ ਮੈਨੂੰ ਵੀ ਚਾਅ ਚੜ੍ਹਦਾ ਕਿ ਮੈਂ ਵੀ ਪੜ੍ਹਾਂ, ਅਤੇ ਆਉਣ ਵਾਲੇ ਸਮੇਂ 'ਚ ਗੁਰੂ ਸਾਹਿਬ ਦੀ ਕਿਰਪਾ ਨਾਲ ਚਰਨਾਂ ਦੇ, ਸੰਗਤਾਂ ਦੇ ਚਰਨ ਧੋਣ ਜੋਗਾ ਮੈਂ ਹੋ ਜਾਵਾਂ। ਸੋ ਹੋਰ ਵੀ ਮੈਨੂੰ ਬਹੁਤ ਸ਼ੌਂਕ ਆ। ਮੈਂ ਮੈਂਡਲਿਨ ਵੀ ਵਾਹਵਾ ਚਿਰ ਵਜਾਈ, ਪਰ ਹੁਣ ਨਹੀਂ ਦਿਲ ਕਰਦਾ। ਹੁਣ ਮਾਲਕ ਦੀ ਕਿਰਪਾ ਨਾਲ ਰਬਾਬ ਵੱਲ ਹੋਇਆ। ਪਰ ਚਲੋ, ਇਹ ਗੱਲਾਂ ਆਪਾਂ ਫੇਰ ਵੀ ਕਰਦੇ ਰਹੋਗੇ। ਪਰ ਜਿਹੜੀ ਗੱਲ ਕਰਕੇ ਆਪਾਂ ਇੱਥੇ ਅੱਜ ਇਕੱਠੇ ਹਾਂ ਕਿ ਅਸੀਂ ਸਮਝੀਏ ਅਤੇ ਅਸੀਂ ਇੱਕ ਵਿਚਾਰ ਚਰਚਾ ਸ਼ੁਰੂ ਕਰੀਏ, ਖਾਸ ਕਰਕੇ ਜਿਹੜੇ ਇੱਧਰਲੇ ਜੰਮੇ ਪਲੇ ਆ, ਜਾਂ ਜਿਹੜੇ ਸਾਡੇ ਬਜ਼ੁਰਗ ਪੰਜਾਬ ਤੋਂ ਆਏ ਆ, ਜਾਂ ਹੁਣ ਜਿਹੜੀ ਨਵੀਂ ਪਨੀਰੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਵਾਲੇ ਮੁਲਕਾਂ 'ਚ ਆਉਣ ਡਈ ਆ, ਕਿ ਇਹ ਚੱਲਣ ਕੀ ਡਿਆ ਆ, ਕਿ ਕਿਹੜੀਆਂ ਚੀਜ਼ਾਂ ਅਸੀਂ ਦਿਲ 'ਚ ਲੈ ਕੇ ਆਉਂਦੇ ਹਾਂ, ਅਤੇ ਕਿਹੜੀਆਂ ਸਮੱਸਿਆਵਾਂ ਸਾਨੂੰ ਦੇਖਣੀਆਂ ਪੈਂਦੀਆਂ, ਕਿਹੜੀਆਂ ਚੀਜ਼ਾਂ ਤੋਂ ਅਸੀਂ ਵੱਧਦੇ ਫੁੱਲਦੇ ਹਾਂ, ਹੋਰ ਕੁਛ ਕਰਦੇ ਹਾਂ, ਅਤੇ ਉਹ ਕਿਹੜੀਆਂ ਵੱਡੀਆਂ ਚੀਜ਼ਾਂ ਆ ਜਿਹੜੀਆਂ ਸਾਨੂੰ ਕਰਨੀਆਂ ਪੈਣੀਆਂ ਹੀ ਆ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ, ਹੈ ਨਾ। ਸੋ ਉਹੀ ਪਹਿਲੀ ਗੱਲ 'ਤੇ ਮੈਂ ਪੁੱਛੂੰਗਾ ਕਿ ਕਿਹੜੀਆਂ ਆਸਾਂ ਲੈ ਕੇ ਅਸੀਂ ਇੱਥੇ ਆਉਂਦੇ ਹਾਂ ਨਾ ਮੁਲਕਾਂ ਦੇ ਵਿੱਚ? ਸਭ ਤੋਂ ਪਹਿਲੀ ਚੀਜ਼ ਤਾਂ ਦੇਖੋ, ਪੰਜਾਬ ਛੱਡਣ ਦਾ ਸਭ ਤੋਂ ਵੱਡਾ ਕਾਰਨ ਹੈ ਇਜ਼ ਬੈਟਰਮੈਂਟ ਆਫ ਲਾਈਫ। ਅਤੇ ਹੁਣ ਓਪਰਚੁਨਿਟੀਜ਼ ਦੇ ਆਪਾਂ ਕੰਪੇਅਰ ਕਰੀਏ, ਸੇਮ ਰਿਵਾਰਡ ਨਹੀਂ ਮਿਲਦਾ ਹੈਗਾ ਇੰਡੀਆ 'ਚ ਜੇ ਤੁਸੀਂ ਸੇਮ ਰੋਲ ਕਰ ਰਹੇ ਹੋ। ਹੁਣ ਜਿੱਦਾਂ ਇੱਥੇ ਮੈਂ ਕੰਪਿਊਟਰ ਸਾਇੰਸਿਸ ਕਰ ਰਿਹਾ, ਸੋ ਐਜ਼ ਅ ਸੋਫਟਵੇਅਰ ਡਿਵੈਲਪਰ ਇੰਡੀਆ ਦੇ ਵਿੱਚ ਸੇਮ ਰਿਵਾਰਡ ਨਹੀਂ ਮਿਲੇਗਾ ਐਜ਼ ਕੰਪੇਅਰ ਟੂ ਬਾਹਰਲੀ ਕੰਟਰੀਜ਼ ਜਿਹੜੀਆਂ ਹੁਣ ਇੱਥੇ ਤੁਸੀਂ ਦੇਖਦੇ ਹੋ। ਜਿਹੜੀਆਂ ਨੇਮਡ ਕੰਪਨੀਜ਼ ਹੈਗੀਆਂ, ਜਿੱਦਾਂ ਸਿਸਕੋ ਹੈਗੀਆਂ, ਅਤੇ ਹੋਰ ਐਪਲ ਦੇ ਵਿੱਚ ਵੀ ਕਈਆਂ ਨੂੰ ਜੋਬ ਮਿਲ ਜਾਂਦੀ ਹੈ। ਸਾਡੀ ਯੂਨੀਵਰਸਿਟੀ 'ਚ ਜਿਹੜੀ ਪਲੇਸਮੈਂਟਸ ਹੋਈਆਂ ਕਾਫੀ। ਸੋ ਆਈ ਬਿਲੀਵ ਵਨ ਆਫ ਦ ਫਸਟ ਐਂਡ ਫੋਰਮੋਸਟ ਰੀਜ਼ਨ ਵੁੱਡ ਬੀ ਦ ਬੈਟਰਮੈਂਟ ਆਫ ਲਾਈਫ। ਅਤੇ ਬਾਕੀ ਉਸ ਤੋਂ ਬਾਅਦ ਤੁਸੀਂ ਆਪਣੇ ਘਰਦਿਆਂ ਨੂੰ, ਆਪਣੇ ਮਾਪਿਆਂ ਨੂੰ, ਉਹ ਜਿਹੜੇ ਹਾਲੇ ਟਾਈਮ 'ਚੋਂ ਨਿਕਲ ਰਹੇ ਹੈ, ਉਹਨਾਂ ਨੂੰ ਉਹ ਚੀਜ਼ ਦੁਬਾਰਾ ਦੇਖਣੀ ਨਾ ਪਵੇ। ਉਹਨਾਂ ਦਾ ਜਿਹੜਾ ਹਾਲੇ ਸਟਰਗਲ ਚੱਲ ਰਿਹਾ ਉਹਦੇ 'ਚ ਫਲ ਲੱਗਣ,
ਤੇ ਆਪਣੇ ਮਾਪਿਆਂ ਨੂੰ ਚੰਗੀ ਜ਼ਿੰਦਗੀ ਬਖਸ਼ੋ। ਉਸ ਤੋਂ ਬਾਅਦ ਤੇ ਜਦੋਂ ਇੱਥੇ ਤੁਸੀਂ ਵੈਲ ਸੈਟਲਡ ਹੋ ਗਏ ਆਪਣੇ ਘਰਦਿਆਂ ਨੂੰ ਬੁਲਾਓ ਤੇ ਉਹਨਾਂ ਦੀ ਇੱਥੇ ਸੇਵਾ ਪਾਣੀ ਪੂਰੀ ਕਰੋ। ਉਹਨਾਂ ਦਾ ਟਾਈਮ ਇੱਥੇ ਇੰਜੋਏ ਕਰਨ ਦਾ, ਉਹਨਾਂ ਨੇ ਪੂਰੀ ਲਾਈਫ ਆਪਣੀ ਤੁਹਾਨੂੰ ਇੱਥੇ ਬਾਹਰ ਲਿਆਉਣ ਤੱਕ, ਤੁਹਾਡੇ ਸੁਪਨੇ ਪੂਰੇ ਕਰਨ ਤੱਕ ਲਾਈ ਹੈ। ਸੋ ਆਈ ਥਿੰਕ ਦੇ ਡਿਜ਼ਰਵ ਅ ਬਿਟ ਆਫ ਰੈਸਟ ਐਂਡ ਅਪਰੀਸੀਏਸ਼ਨ ਨਾਓ। ਸੋ ਬੜੀ ਵਧੀਆ ਗੱਲ ਆ ਕਿ ਭਾਜੀ ਨੇ ਗਾਹ ਗੱਲ ਕਹੀ ਆ ਕਿ ਉੱਥੇ ਪਹਿਲੀ ਗੱਲ ਮੌਕਾ ਨਹੀਂ ਮਿਲਦਾ, ਜੇ ਮਿਲੇ ਵੀ ਤਾਂ ਗਾਹ ਚੰਗਾ ਰਿਵਾਰਡ ਨਹੀਂ ਮਿਲਦਾ। ਪਰ ਆ ਭੁਪਿੰਦਰ ਸਿੰਘ ਮੇਰਾ ਵੀਰ ਮਾਲ ਤੈਨੂੰ ਚੜ੍ਹਦੀ ਕਲਾ 'ਚ ਰੱਖਣ ਕਿ ਹਾਂ ਵੀ ਮਾਂ ਪਿਓ ਦੀ ਸੇਵਾ ਕਰਨੀ ਆ, ਕਿ ਹਾਂ ਜਿਹਨਾਂ ਨੇ ਸਾਨੂੰ ਸਾਰਾ ਕੁਝ ਦਿੱਤਾ, ਜਿਹਨਾਂ ਦੇ ਸਹਾਰੇ ਦੇ ਨਾਲ ਅਸੀਂ ਇੱਥੇ ਪਹੁੰਚੇ ਹਾਂ, ਕਿ ਉਹਨਾਂ ਨੂੰ ਵੀ ਥੋੜ੍ਹਾ ਆਰਾਮ ਦਾ ਮੌਕਾ ਦਈਏ। ਰਾਜਦੀਪ ਤੁਸੀਂ ਦੱਸੋ ਕਿਹੜੀਆਂ ਆਸ਼ਾਵਾਂ ਲੈ ਕੇ ਆਏ ਆ ਇੱਥੇ? ਅੱਛਾ ਠੀਕ ਹੈ। ਐਕਚੁਅਲੀ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਹਮੇਸ਼ਾ ਤੋਂ ਹਾਇਰ ਐਜੂਕੇਸ਼ਨ ਕਰਨਾ ਚਾਹੁੰਦੀ ਸੀ, ਬਿਕੋਜ਼ ਇੰਡੀਆ 'ਚ ਵੀ ਮੈਂ ਬੇਸਿਕਲੀ ਗਵਰਨਮੈਂਟ ਐਗਜ਼ਾਮਸ ਦੀ ਕਾਫੀ ਟਾਈਮ ਤੱਕ ਪ੍ਰਿਪਰੇਸ਼ਨ ਕੀਤੀ ਅਤੇ ਫਿਰ ਮੈਨੂੰ ਬਾਅਦ 'ਚ ਲੱਗਿਆ ਨਹੀਂ ਇਟਸ ਲਾਈਕ ਨਾ ਹੁਣ ਅੱਗੇ ਮੂਵ ਆਨ ਕਰਨਾ ਚਾਹੀਦਾ ਹੈ ਨਾ। ਅਤੇ ਲੇਕਿਨ ਇੰਡੀਆ 'ਚ ਮੈਂ ਇੱਕ ਚੀਜ਼ ਦੇਖੀ, ਜਦੋਂ ਵੀ ਡਿਸਕਸ ਕਰਨਾ ਚਾਹਿਆ ਕਿ ਹੈ ਨਾ ਹਾਇਰ ਐਜੂਕੇਸ਼ਨ ਵਾਸਤੇ ਪ੍ਰਿਪੇਅਰ ਕਰੋ, ਅਤੇ ਉੱਥੇ ਏਜ ਫੈਕਟਰ ਬਹੁਤ ਜ਼ਿਆਦਾ ਹੈ, ਇੰਨਾ ਜ਼ਿਆਦਾ ਬਿਕੋਜ਼ ਮੈਂ ਪਰਸਨਲੀ ਫੇਸ ਕੀਤਾ। ਬਿਕੋਜ਼ ਇਫ ਆਈ ਟੈਲ ਯੂ ਮਾਈ ਏਜ, ਅਤੇ ਲੋਕ ਕਹਿੰਦੇ ਸੀ ਕਿ ਇਸ ਏਜ 'ਚ ਪੜ੍ਹਾਈ ਨਹੀਂ ਹੁੰਦੀ, ਇਸ ਏਜ 'ਚ ਵਿਆਹ ਕਰਕੇ ਬੱਚੇ ਬਹੁਤ ਵੱਡੇ ਹੋ ਜਾਂਦੇ ਨੇ। ਅਤੇ ਬਟ ਆਈ ਵਾਜ਼ ਲਾਈਕ ਕਿ ਨਹੀਂ ਇੱਦਾਂ ਨਹੀਂ ਹੈ। ਲੇਕਿਨ ਫਿਰ ਮੈਨੂੰ ਲੱਗਿਆ ਕਿ ਠੀਕ ਹੈ, ਇਹਦਾ ਮਤਲਬ ਫਿਰ ਬਾਹਰ ਹੀ ਚੱਲ ਜਾਣਾ ਚਾਹੀਦਾ, ਬਿਕੋਜ਼ ਇੱਥੇ ਏਜ ਮੈਟਰ ਨਹੀਂ ਕਰਦੀ। ਬਿਕੋਜ਼ ਈਵਨ ਮੇਰੇ ਬੈਚਮੇਟਸ ਐਂਡ ਮਾਈ ਕੋਰਸਮੇਟਸ, ਇਫ ਯੂ ਸੀ ਦ ਏਜ ਦੇ 44 45 ਮੈਂ ਬਿਯੋਂਡ ਦੈਟ। ਸੋ ਇਹ ਇੱਕ ਬਹੁਤ ਵੱਡਾ ਰੀਜ਼ਨ ਸੀ ਮੇਰੇ ਬਾਹਰ ਆਉਣ ਦਾ ਕਿ ਜੇ ਮੈਂ ਹਾਇਰ ਐਜੂਕੇਸ਼ਨ ਅਗਰ ਕਰਨਾ ਚਾਹੁੰਦੀ ਹਾਂ ਤਾਂ ਇੰਡੀਆ 'ਚ ਤਾਂ ਫਿਰ ਸਕੋਪ ਨਹੀਂ ਹੈ। ਬਿਕੋਜ਼ ਉੱਥੇ ਤਾਂ ਐਂਟਰੀ ਵੀ ਲੈਣ ਤੋਂ ਪਹਿਲਾਂ ਦੇ ਆਸਕ ਯੂ ਏਜ ਐਂਡ ਜੇ ਪਲੇਸਮੈਂਟ ਤਾਂ ਫਿਰ ਤਾਂ ਤੁਸੀਂ ਛੱਡ ਹੀ ਦਿਓ, ਉਹਨਾਂ ਤੇ ਪਹਿਲਾਂ ਹੀ ਕਹਿਣੀ ਹੈ ਕਿ ਹੁਣ ਕੀ ਕਰ ਰਹੇ ਹੋ ਤੁਸੀਂ ਪਲੇਸ। ਅਤੇ ਇਹ ਮੇਰਾ ਬਹੁਤ ਵੱਡਾ ਰੀਜ਼ਨ ਸੀ। ਔਰ ਜਿਹੜੀ ਓਪਰਚੁਨਿਟੀ ਤੁਹਾਨੂੰ ਬਾਹਰ ਹੀ ਮਿਲ ਸਕਦੀ ਸੀ। ਐਂਡ ਇਫ ਆਈ ਐਮ ਰੋਂਗ ਐਟ ਐਨੀ ਪੁਆਇੰਟ ਤਾਂ ਆਈ ਵੁੱਡ ਡੈਫੀਨੇਟਲੀ ਲਾਈਕ ਟੂ ਨੋ, ਬਿਕੋਜ਼ ਦਿਸ ਇਜ਼ ਪਰਸਨਲੀ ਮਾਈ ਐਕਸਪੀਰੀਅੰਸ। ਮੈਂ ਫੇਸ ਕੀਤਾ ਏਜ ਵਾਲਾ ਮੈਟਰ, ਮੈਂ ਤਾਂ ਕਰਕੇ ਇਹ ਗੱਲ ਕਹਿ ਰਹੀ। ਬਾਕੀ ਹੋਰ ਤਾਂ ਕੁਛ ਨਹੀਂ, ਬਾਕੀ ਤਾਂ ਅੱਗੇ ਹੁਣ ਦੇਖਦੇ ਹਾਂ, ਕਿਉਂਕਿ ਹਰ ਦਿਨ ਨਵੀਂ ਚੀਜ਼ਾਂ ਪਤਾ ਲੱਗਦੀਆਂ, ਹਰ ਚੀਜ਼ ਥੋਟਸ ਚੇਂਜ ਹੁੰਦੇ ਨੇ, ਓਪਰਚੁਨਿਟੀਜ਼ ਨੂੰ ਦੇਖ ਕੇ ਸਭ ਕੁਛ ਬਦਲਦਾ ਹੈ। ਅਤੇ ਇਸ ਕਰਕੇ ਆਈ ਰੀਅਲੀ ਕਾਂਟ ਸੇ, ਬਟ ਯੈਸ ਇਹ ਮੈਂ ਕਹਿ ਸਕਦੀ ਹਾਂ ਕਿ ਇਸ ਕੰਟਰੀ 'ਚ ਓਪਰਚੁਨਿਟੀਜ਼ ਬਹੁਤ ਜ਼ਿਆਦਾ ਨੇ। ਇਫ ਯੂ ਆਰ ਵਿਲਿੰਗ ਐਂਡ ਰੈਡੀ ਇਨਫ ਟੂ ਗ੍ਰੈਬ ਦੈਮ, ਦੈਨ ਆਈ ਥਿੰਕ ਦੇਰ ਇਜ਼ ਨੋ ਦਰਥ ਆਫ ਇਟ, ਯੂ ਸ਼ੁਡ ਗੋ ਅਹੈਡ। ਨਹੀਂ ਬਹੁਤ ਸਹੀ ਗੱਲ ਆ ਰਾਜ, ਬੜੀ ਸੋਹਣੀ ਗੱਲ ਕਹੀ ਤੁਸੀਂ ਕਿ ਓਪਰਚੁਨਿਟੀਜ਼ ਬਹੁਤ ਜ਼ਿਆਦਾ ਆ, ਪਰ ਉਹਨਾਂ ਨੂੰ ਫੜਨਾ ਅਤੇ ਗਾਂਹ ਕੁਛ ਕਰਨ ਦੀ ਤੁਹਾਡੀ ਸਮਰੱਥਾ ਜ਼ਰੂਰੀ ਚਾਹੀਦੀ ਹੈ ਨਾ। ਪਰ ਉਹੀ ਗੱਲ ਕਿ ਅਫਕੋਰਸ ਮੇਰੀਆਂ ਵੀ ਕੋਈ ਆਸਾਂ ਹੱਲੇ ਵੀ ਹੈ, ਪਹਿਲਾਂ ਵੀ ਸੀਗੀਆਂ ਹੈ ਨਾ। ਮੈਂ ਵੀ ਸ਼ੇਅਰ ਕਰਨਾ ਚਾਹੂੰਗਾ ਕਿ ਮੈਨੂੰ ਹੱਲੇ ਵੀ ਚੇਤਾ, ਜਿੱਦਾਂ ਭੁਪਿੰਦਰ ਸਿੰਘ ਨੇ ਕਿਹਾ ਕਿ ਮੈਂ ਉੱਥੇ ਬਹੁਤ ਮੇਰੀ ਨਿਰਾਸ਼ਾਵਾਦੀ ਸੋਚ ਹੋ ਗਈ ਸੀਗੀ, ਕਿਉਂਕਿ ਉਹੀ ਸਰਕਲ ਦੇ ਵਿੱਚ ਘੁੰਮੀ ਜਾਣਾ, ਜੇ ਕੋਈ ਤੁਹਾਡੀ ਸਿਫਾਰਿਸ਼ ਨਾ ਹੋਵੇ ਤੁਸੀਂ ਅੱਗੇ ਨਹੀਂ ਪਹੁੰਚਣਾ। ਮੇਰੇ 'ਚ ਟੈਲੈਂਟ ਵੀ ਬਹੁਤ ਸੀ, ਕਿੰਨਾ ਕੁਛ ਕਰਨ ਵਾਲਾ ਸੀਗਾ। ਹੁਣ ਇੱਥੇ ਆ ਜਿਹੜੇ ਦੇਖੋ ਤੁਸੀਂ ਨੌਜਵਾਨੀ, ਮਾੜਾ ਜਿਹਾ ਫੁੱਟਬਾਲ ਵੀ ਖੇਡਣਾ ਆਉਂਦਾ ਹੋਵੇ ਹੈ ਨਾ, ਉਹਨੂੰ ਸੰਡੇ ਨੂੰ ਲੈ ਕੇ ਜਾਂਦੇ ਆ ਹੈ ਨਾ ਖਿਡਾਉਣ, ਉਹ ਹੌਲੀ ਹੌਲੀ ਕਰਕੇ ਉਹਨੂੰ ਤੋੜ ਲੈਂਦੇ ਆ ਅਤੇ ਬਾਅਦ 'ਚ ਉਹ ਲੀਗਲ ਹੀ ਖੇਡਦੇ ਆ। ਸਾਡੇ ਉੱਥੇ ਦੇਖ ਲਓ ਨੌਜਵਾਨ ਕਿੰਨੇ ਤਕੜੇ ਵੀ ਹੋ ਜਾਣ। ਮੈਂ ਬਾਸਕਿਟਬਾਲ ਖੇਡਦਾ ਰਿਹਾ, ਐਂਡ 'ਤੇ ਕੀ ਚੱਲਦੀ ਸੀ ਸਿਫਾਰਿਸ਼ ਹੈ ਨਾ, ਕਿ ਉਹੀ ਸਾਈਕਲ ਜਿਹੜਾ ਕਲੋਨੀਅਲ ਟਾਈਮ 'ਤੇ ਅਫਸਰਾਂ ਦਾ ਚੱਲਣ ਡਿਆ ਸੀ, ਉਹਨਾਂ ਦੇ ਪੋਤੇ ਪੜਪੋਤੇ ਉਹੀ ਚੱਲੀ ਜਾਣ ਡਿਆ। ਪਰ ਚਲੋ ਹੋ, ਪਰ ਆਸ ਹੁਣ ਮੇਰੀ ਆਸ ਆਹੀ ਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰੀ ਬਹੁਤ ਔਖੀ ਜ਼ਿੰਦਗੀ ਦੇਖੀ, ਮੈਂ ਦਰਬਾਰ ਸਾਹਿਬ ਅਰਦਾਸ ਕੀਤੀ, ਮੈਨੂੰ ਨਵੀਂ ਜ਼ਿੰਦਗੀ ਮਿਲੀ। ਪਰ ਹੁਣ ਆਹੀ ਆ ਕਿ ਆਸ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਗੁਰੂ ਦੇ ਚਰਨ ਪੜ ਸਕਾਂ, ਗੁਰੂ ਦੇ ਪੰਥ ਦੀ ਸੇਵਾ ਕਰ ਸਕਾਂ ਹੈ ਨਾ। ਪਰ ਬੜੀ ਵਧੀਆ ਗੱਲ ਆ, ਖਾਸ ਕਰਕੇ ਬਰਮਿੰਘਮ ਜਿਹੜਾ ਗੜ੍ਹ ਆ, ਕਿ ਉੱਥੇ ਆ ਕੇ ਮੈਨੂੰ ਰਹਿਣ ਦਾ ਮੌਕਾ ਮਿਲਦਾ ਪਿਆ ਅਤੇ ਇਹ ਆਸਾਂ ਅੱਗੇ ਲਿਜਾਣ ਦੀ ਸਮਰੱਥਾ ਮਿਲਦੀ ਪਈ ਆ। ਸੋ ਪਰ ਸ਼ੁਕਰ ਮਾਲਕ ਦਾ ਬਹੁਤ ਬਹੁਤ। ਪਰ ਉਹੀ ਗੱਲ ਆ ਕਿ ਕਿੰਨੀਆਂ ਆਸਾਂ, ਕਿੰਨੀਆਂ ਇੱਛਾਵਾਂ ਅਤੇ ਕਿੰਨਾ ਚਾਅ ਲੈ ਕੇ ਅਸੀਂ ਵਿਦਿਆਰਥੀ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਹਾਂ। ਤੋ ਉਹ ਚਾਅ ਦੇ ਨਾਲ ਨਾਲ ਹੋਰ ਵੀ ਸਾਨੂੰ ਕਿੰਨੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਆ, ਪਰ ਹੋਰ ਵੀ ਕਿੰਨੀਆਂ ਸਮੱਸਿਆਵਾਂ, ਹੋਰ ਵੀ ਕਿੰਨੀਆਂ ਚੀਜ਼ਾਂ ਅਸੀਂ ਇਹ ਮੁਲਕ 'ਚ ਆ ਕੇ ਦੇਖਦੇ ਹਾਂ। ਪਰ ਉਹੀ ਮੈਂ ਤੁਹਾਨੂੰ ਕਹੂੰਗਾ ਕਿ ਉਹ ਆਸਾਵਾਂ ਜਿਹੜੀਆਂ ਸਾਡੀਆਂ ਹੈ ਹਾਲੇ ਵੀ, ਉਹ ਤੁਸੀਂ ਕਿੱਦਾਂ ਦੇਖਦੇ ਆ ਕਿ ਕਿਸੇ ਮਨੋਰਥ ਵੱਲ ਪਹੁੰਚਣ ਡਈਆਂ ਆ ਜਿੰਨਾ ਟਾਈਮ ਤੁਹਾਨੂੰ ਹੋ ਗਿਆ ਇੱਥੇ ਆਇਆ ਨੂੰ? ਜੀ ਮੈਨੂੰ ਇੱਥੇ ਕਾਫੀ ਟਾਈਮ ਹੋ ਗਿਆ ਹੁਣ ਤਾਂ। ਅਤੇ ਪਹਿਲੀ ਚੀਜ਼ ਤਾਂ ਹੈ ਕਿ ਇਹ ਪੌੜੀ ਹੈ ਜਿਹੜੀ ਹਰੇਕ ਸਟੈਪ ਜਿਹੜਾ ਚੜ੍ਹਦੀ ਜਾਂਦੀ ਹੈ, ਅਤੇ ਹਰੇਕ ਸਟੈਪ ਦੇ ਨਾਲ ਉਹਨੇ ਜਿਹੜੀਆਂ ਮੁਕੰਮਲ ਹੁੰਦਾ ਜਾਂਦਾ ਜੋ ਵੀ ਹੈਗੀ ਆ। ਅਤੇ ਹੁਣ ਜਦੋਂ ਸਟੱਡੀ ਚੱਲ ਰਹੀ ਹੈ ਹਾਲੇ ਐਟ ਦ ਮੋਮੈਂਟ, ਹਾਲੇ ਆਪਣੀ ਸਟੱਡੀ 'ਤੇ ਕੋਨਸਨਟਰੇਟ ਕਰੋ। ਜਿਹੜਾ ਤੁਹਾਡਾ ਅਕੈਡਮਿਕ ਟਾਈਮ ਹੈਗਾ ਉਸ ਮੇਕ ਸ਼ੋਰ ਤੁਸੀਂ ਆਪਣਾ ਯੂਨੀਵਰਸਿਟੀ ਟਾਈਮ ਵੀ ਇੰਜੋਏ ਕਰੋ। ਉਸ ਤੋਂ ਬਾਅਦ ਤੁਹਾਡਾ PSW ਮਿਲ ਜਾਏਗਾ। PSW ਤੋਂ ਬਾਅਦ ਅੱਗੇ ਹੋਰ ਤੋਂ ਚੀਜ਼ਾਂ ਸ਼ੁਰੂ ਹੋ ਜਾਣਗੀਆਂ। ਸੋ ਜਿਹੜਾ ਤੁਸੀਂ ਐਵਰੀ ਸਟੈਪ ਜਿਹੜਾ ਹੈਗਾ ਐਟ ਦ ਪ੍ਰੈਜ਼ੈਂਟ ਤੋਂ ਸ਼ੁਰੂ ਕਰਕੇ ਮੇਕ ਸ਼ੋਰ ਯੂ ਗਿਵ ਯੂ 100%।
ਤੇ ਹੁਣ ਤਾਂ ਹਲੇ ਆਹੀ ਹੈ ਕਿ ਐਟ ਦਿਸ ਸਟੇਜ ਐਜ਼ ਮਾਈ ਪਰਸਨਲ ਐਕਸਪੀਰੀਅੰਸ ਕਿ ਇੱਥੇ ਹਲੇ ਸਟੱਡੀ ਚੱਲ ਰਹੀ ਹੈ। ਸਟੱਡੀ ਦੇ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਹੈ, ਸੋ ਵੀ ਆਰ ਜਸਟ ਡੂਇੰਗ ਡਿਸਟਿੰਕਸ਼ਨ ਸੋ ਫਾਰ। ਸੋ ਤੇ ਨਾਲੇ ਟੌਪ ਸਟੂਡੈਂਟ ਦਾ ਵੀ ਅਵਾਰਡ ਮਿਲਿਆ ਇੱਥੇ ਹੈ ਨਾ, ਦੱਸਿਓ ਮਾੜਾ I was recently ਹੁਣੀ ਲਾਸਟ ਸਮੈਸਟਰ ਦੇ ਵਿੱਚ ਬਰਮਿੰਘਮ ਸਿਟੀ ਯੂਨੀਵਰਸਿਟੀ ਵੱਲੋਂ ਅਕੈਡਮਿਕ ਐਕਸਲੈਂਸ ਦਾ ਅਵਾਰਡ 10 ਨੂੰ ਦਿੱਤਾ ਗਿਆ ਸੀਗਾ। It was just for getting distinction in the foundation year. ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਨਹੀਂ ਬਹੁਤ ਵਧੀਆ। ਦੇਖੋ ਕਿ ਇੱਕ ਨਿੱਕੀ ਜੀ ਚੰਗਾੜੀ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਜਦੋਂ ਉਹਨੂੰ ਮਾਹੌਲ ਮਿਲਦਾ ਤੇ ਸਾਡਾ ਭਰਾ ਕਿੰਨਾ ਐਕਸਲ ਕਰਨ ਡਿਆ। ਹੁਣ ਰਾਜਦੀਪ, ਮੈਂ ਉਹੀ ਸਵਾਲ ਤੁਹਾਡੇ ਕੋਲ ਪੁੱਛੂੰਗਾ, ਤੁਹਾਨੂੰ ਕੀ ਲੱਗਦਾ ਇਹ ਜਿਹੜੀਆਂ ਆਸਾਂ ਸਾਰੀਆਂ ਕੁਛ ਇਹ ਜਿੰਨੇ ਕੁ ਸਮੇਂ ਤੁਸੀਂ ਤੇ ਤੁਹਾਨੂੰ ਕੀ ਲੱਗਦਾ ਤੁਸੀਂ ਵਧਣ ਡੇ ਉਹਨਾਂ ਵੱਲ? ਹਾਂਜੀ ਵਧਣ ਤਾਂ ਰਹੀਆਂ, ਵੈਸੇ ਤਾਂ ਕੋਈ ਡਾਊਟ ਨਹੀਂ ਹੈਗਾ, ਲੇਕਿਨ ਹਾਲੇ ਵੀ ਦਿਸ ਇਜ਼ ਨਾਟ ਦ ਐਂਡ, ਦੈਟਸ ਵਾਟ ਆਈ ਵਿਲ ਟਰਾਈ ਟੂ ਸੇ। ਬਿਕੋਜ਼ ਪੜ੍ਹਾਈ ਕਿਉਂਕਿ ਮੇਰੀ ਮਾਸਟਰਸ ਦੀ ਸਟੱਡੀ ਹੈ ਤਾਂ ਥੋੜ੍ਹਾ ਜਿਹਾ ਪ੍ਰੈਸ਼ਰ ਜ਼ਿਆਦਾ ਹੈ ਔਰ ਟਾਈਮ ਵੀ ਥੋੜਾ ਘੱਟ ਹੀ ਬਚ ਪਾਉਂਦਾ ਹੈ। ਬਟ ਜਿੰਨਾ ਵੀ ਟਾਈਮ ਬਚਦਾ ਉਹ 'ਚ ਇਹੀ ਕੋਸ਼ਿਸ਼ ਕਰੀਦੀ ਹੈ ਕਿ ਹੈ ਨਾ ਅੱਗੇ ਵਾਸਤੇ ਸੋਚੋ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੁਲਾਈ 2021 ਤੋਂ ਜਿਹੜਾ PSW ਸਟਾਰਟ ਹੋਇਆ, ਪੋਸਟ ਸਟੱਡੀ ਵਰਕ ਵੀਜ਼ਾ, ਦੈਟਸ ਬ੍ਰੇਕ ਥਰੂ ਸਹੀ ਗੱਲ ਹੈ ਰੀਅਲੀ। ਬਿਕੋਜ਼ ਮੈਂ ਪਾਸਟ 'ਚ ਸੁਣਿਆ ਹੈ ਬਹੁਤ ਬੱਚੇ ਆਉਂਦੇ ਸੀ UK ਪੜ੍ਹਨ ਵਾਸਤੇ ਐਂਡ ਦੇ ਓਨਲੀ ਹੈਡ 6 months ਆਫਟਰ ਦੇਅਰ ਸਟੱਡੀ ਟੂ ਜਸਟ ਫਾਈਂਡ ਅ ਜੋਬ। ਬਿਕੋਜ਼ ਆਈ ਹੈਵ ਪੀਪਲ ਇਨ ਮਾਈ ਨੋਨ ਹੂ ਕੇਮ ਬੈਕ ਟੂ ਇੰਡੀਆ, ਹੈ ਨਾ, ਉਹ ਕਹਿੰਦੇ ਸੀ ਬਟ ਆ ਬ੍ਰੇਕ ਥਰੂ ਆ ਪਹਿਲੀ ਵਾਰ, ਹੈ ਨਾ। ਤਾਂ ਮੈਂ ਇਹ ਵੀ ਚਾਹੁੰਦੀ ਹਾਂ ਕਿ ਜੇ ਕੰਟੀਨਿਊ ਹੈ ਕਾਫੀ ਸਾਲ ਤੱਕ ਮੇਰੇ ਖਿਆਲ ਨਾਲ ਹੋਏਗਾ, ਐਂਡ ਆਈ ਵੁੱਡ ਲਾਈਕ ਕਿ ਬਾਕੀ ਸਾਰੇ ਬੱਚੇ ਵੀ ਆਉਣ ਇਹਦਾ ਬੈਨੀਫਿਟ ਲੈਣ। ਅਤੇ ਹਾਲੇ ਕਾਫੀ ਟਾਈਮ ਹੈਗਾ ਸਾਡੇ ਕੋਲ, ਹੈ ਨਾ, ਕਿਉਂਕਿ ਅਗਰ ਇੱਕ ਵਾਰ PSW ਮਿਲ ਗਿਆ ਉਹਦੇ ਡਿਊਰੇਸ਼ਨ 'ਚ ਵੀ ਮੀਨ ਟਾਈਮ ਤੁਸੀਂ ਕੋਈ ਵੀ ਜੋਬ ਚੱਕ ਸਕਦੇ ਹੋ, ਬਟ ਉਹਦੇ ਨਾਲ ਨਾਲ ਯੂ ਕੈਨ ਸਟਿਲ ਸਰਚ ਫॉर ਸਮ ਗੁੱਡ ਜੋਬਸ। ਸੋ ਦੈਟ ਇਜ਼ ਅ ਵੈਰੀ ਗੁੱਡ ਥਿੰਗ, ਸੋ ਆਈ ਐਮ ਲੁਕਿੰਗ ਫਾਰਵਰਡ ਟੂ ਇਟ ਬੇਸਿਕਲੀ। ਯੈਸ ਹਾਂਜੀ। ਨਹੀਂ ਉਹੀ ਰਾਜਦੀਪ ਭੁਪਿੰਦਰ ਹੈ ਨਾ ਕਿ ਕਹਿਣ ਦਾ ਭਾਵ ਆ ਕਿ ਟੈਲੈਂਟ ਸਾਡੇ 'ਚ ਉਹੀ ਆ ਜੋ ਪੰਜਾਬ 'ਚ ਸੀਗਾ, ਹੈ ਨਾ, ਜਾਂ ਜੋ ਰਾਂਚੀ 'ਚ ਸੀਗਾ। ਪਰ ਉਹੀ ਆ ਕਿ ਇੱਥੇ ਆ ਕੇ ਰਾਹ ਬਹੁਤ ਜ਼ਿਆਦਾ ਮਿਲ ਜਾਂਦੇ ਹਾਂ। ਇਹਦੇ ਵਿੱਚ ਆਪਣੇ ਕੋਲ ਰਾਹ ਬਹੁਤ ਲਿਮਿਟਿਡ ਹੈ। ਪਰ ਇੱਕ ਚੀਜ਼ ਹੋਰ ਹੈ ਮੈਂ ਕਹਿਣਾ ਚਾਹੂੰਗੀ, ਪਤਾ ਨਹੀਂ, ਹਾਂ, ਜਿੱਦਾਂ ਬਹੁਤ ਬੱਚੇ ਆਪਣੇ ਘਰੋਂ ਬਹੁਤ ਵਧੀਆ ਵੀ ਕਈ ਆਉਂਦੇ ਹੈ ਨਾ, ਲੇਕਿਨ ਉਹਨਾਂ ਵਾਸਤੇ ਕੰਪਲੀਟ ਚੇਂਜ ਵੀ ਹੋ ਜਾਂਦਾ ਤੇ ਮੈਨੂੰ ਲੱਗਦਾ ਹੋਣਾ ਚਾਹੀਦਾ। ਯੂ ਸ਼ੁੱਡ ਲਰਨ ਬਿਕੋਜ਼ ਸੀਰੀਅਸਲੀ ਜੇ ਮੈਂ ਆਪਣੀ ਪਰਸਨਲੀ ਗੱਲ ਕੀਤਾ, ਮੈਂ ਤਾਂ ਪਾਣੀ ਦਾ ਗਲਾਸ ਵੀ ਨਹੀਂ ਚੱਕਿਆ ਹੈ ਤੇ ਆ ਕੇ, ਬਟ ਆਈ ਥਿੰਕ ਦੈਟਸ ਗੁੱਡ, ਦੈਟਸ ਵੈਰੀ ਗੁੱਡ। ਬਿਕੋਜ਼ ਉੱਥੇ ਆ ਕੇ ਤੁਹਾਨੂੰ ਰਿਅਲਾਈਜ਼ ਹੁੰਦਾ ਹੈ ਦ ਇੰਪੋਰਟੈਂਸ ਆਫ ਐਵਰੀ ਇੰਡੀਵਿਜੂਅਲ। ਸਹੀ ਗੱਲ ਐਗਜ਼ੈਕਟਲੀ, ਹੈ ਨਾ, ਕਿਉਂਕਿ ਅਸੀਂ ਆਪਣੇ ਦੂਸਰੇ ਕੰਟਰੀ 'ਚ ਅਸੀਂ ਬਸ, ਹੈ ਨਾ, ਇਹਦੇ ਕੋਲ ਕੰਮ ਕਰਾ ਲਓ, ਆ ਕਰਾ ਲਓ, ਉਹ ਕਰਾ ਲਓ, ਬੰਦੇ ਦੀ ਵੈਲਿਊ ਪਤਾ ਲੱਗਦੀ ਆ। ਤੇ ਇੰਡੀਵਿਜੂਅਲਿਜ਼ਮ, ਯੂ ਨੋ, ਸਮਥਿੰਗ ਲਾਈਕ ਦੈਟ, ਸੋ ਇਟ ਰੀਅਲੀ ਟੀਚਸ ਯੂ ਅ ਲੋਟ। ਨਹੀਂ, ਆਫ ਕੋਰਸ ਰਾਜਦੀਪ। ਨਾਲੇ ਇੰਟਰਸਟਿੰਗ ਗੱਲ ਇਹ ਆ ਕਿ ਹੁਣ ਜਿੱਦਾਂ ਮੈਂ ਵੀ ਪਿੰਡ ਤੋਂ ਹੀ ਆ, ਹੈ ਨਾ, ਚਲੋ ਇੰਨੇ ਤਕੜੇ ਪਰਿਵਾਰਾਂ 'ਚ ਤਾਂ ਨਹੀਂ ਹੈਗੇ, ਪਰ ਉੱਥੇ ਫੇਰ ਵੀ ਪਿੰਡ 'ਚ ਲੋਕੀ ਰਿਸਪੈਕਟ ਕਰਦੇ ਆ ਗੱਲ। ਚਲੋ ਆਪਾਂ ਹੈਗਾ ਹੈ ਨਾ, ਪਰ ਹਾਂ, ਪਰ ਉਹੀ ਕਿ ਉੱਥੇ ਵੀ ਸਾਡੇ ਕੋਲ ਜਿੱਦਾਂ ਹੁਣ ਮੇਰੇ ਕੋਲ ਸਰਟਨ ਪ੍ਰਿਵਿਲੇਜਸ ਆ। ਹੁਣ ਜਿੱਦਾਂ ਕਈ ਕਮਿਊਨਿਟੀਜ਼ ਨੂੰ ਮੈਂ ਕੈਮਰੇ 'ਤੇ ਕਹਿਣ 'ਚ ਕੋਈ ਹਰਗੇਜ ਨਹੀਂ ਰੱਖਦਾ, ਪਰ ਸ਼ੁਕਰ ਮਾਲਕ ਦਾ, ਮਾਲਕ ਨੇ ਮੈਨੂੰ ਸਿੱਖਿਆ ਲਿਆਂਦਾ, ਹੁਣ ਮੈਨੂੰ ਹਲੇਮੀ ਬਖਸ਼ੀ। ਕਦੀ ਕਿਸੇ ਕਮਿਊਨਿਟੀ ਨੂੰ ਗਲਤ ਕਹਿ ਦੇਣਾ, ਕਦੀ ਕਿਸੇ ਲੋਕਾਂ 'ਤੇ ਧੱਕਾ ਕਰੀ ਜਾਣਾ, ਹੈ ਨਾ, ਪਰ ਉਹ ਚੀਜ਼ ਬਹੁਤ ਵਧੀਆ ਆ ਜਦੋਂ ਇੱਥੇ ਆ ਕੇ ਉਥਲ ਪੁਥਲ ਹੁੰਦੀ ਆ। ਜੋ ਵੀ ਹੁਣ ਮੇਰੇ ਵਰਗਾ ਵਿਚਾਰਾ ਭਈਆਂ ਨੂੰ ਕੋਈ ਮਾੜਾ ਕਹਿੰਦਾ ਸੀ ਜਾਂ ਨੀਵੀਂ ਜਾਤਾਂ ਵਾਲਿਆਂ ਨੂੰ ਮਾੜਾ ਕਹਿੰਦਾ ਸੀਗਾ, ਹੁਣ ਇੱਥੇ ਆ ਕੇ ਜਦੋਂ ਉਥਲ ਪੁਥਲ ਹੁੰਦੀ ਆ ਫਿਰ ਆਪਾਂ ਸਮਝੀਦਾ ਕਿ ਯਾਰ ਨਹੀਂ, ਉਹ ਵੀ ਮੇਰੇ ਭਰਾ ਆ, ਉਹ ਵੀ ਮੇਰੀਆਂ ਭੈਣਾਂ ਆ, ਕਿ ਉਹ ਵੀ ਮੇਰੇ ਆ। ਕਿ ਇੰਟਰਸਟਿੰਗ ਆ ਕਿ ਸਿੱਖੀ ਰਿਫਾਈਨ ਕਿੰਨੀ ਹੁੰਦੀ ਆ, ਕਿ ਅਸੀਂ ਜੜ੍ਹਾਂ ਨਾਲ ਜੁੜਦੇ ਹੀ ਜਾਂਦੇ ਆ। ਗੁਰੂ ਨਾਨਕ ਦੇਵ ਜੀ ਵਾਲੀ ਗੱਲ ਹੀ ਨਹੀਂ, ਹਿਊਮੈਨਿਟੀ ਨੂੰ ਜਿਹੜਾ ਉਹ ਕਰਨਾ, ਇੱਥੇ ਆ ਕੇ ਮੈਨੂੰ ਲੱਗਦਾ ਜ਼ਿਆਦਾ ਬੰਦੇ ਨੂੰ ਸਮਝ ਆਉਂਦਾ ਨਾ, ਜਿਹੜਾ ਆਪਣੇ ਕੰਟਰੀ 'ਚ ਹੋ ਕੇ ਵੀ ਨਹੀਂ ਸਾਨੂੰ ਸਿਖਾਇਆ ਜਾਂਦਾ, ਜੋ ਮੈਨੂੰ ਲੱਗਦਾ ਹੈ। ਨਹੀਂ, ਸਹੀ ਗੱਲ ਹੈ ਰਾਜਦੀਪ। ਪਰਿਵਾਰਾਂ 'ਚ ਸਿਖਾਇਆ ਜਾਂਦਾ ਹੈ, ਨੋ ਡਾਊਟ, ਬਟ ਫਿਰ ਵੀ ਮੈਨੂੰ ਇਹਦਾ ਲੱਗਦਾ ਹੈ ਕਿ ਹਰ ਬੰਦੇ ਨੂੰ ਆਪਣੀ ਲਾਈਫ 'ਚ ਇੱਕ ਨਾ ਇੱਕ ਵਾਰ ਬਾਹਰ ਆ ਕੇ ਇੱਥੇ ਰਹਿ ਕੇ ਜਾਣਾ ਚਾਹੀਦਾ ਐਜ਼ ਅ ਨਾਰਮਲ ਰੈਜ਼ੀਡੈਂਟ ਆਫ ਦਿਸ ਕੰਟਰੀ। ਸਹੀ ਗੱਲ। ਇਫ ਯੂ ਕਮ ਐਜ਼ ਅ ਟਰੈਵਲਰ, ਮੈਨੂੰ ਤਾਂ ਲੱਗਦਾ ਹੈ ਕਿ ਜਸਟ ਡੂ ਉਹ ਕੀ ਕਹਿੰਦੇ ਜਿਹੜਾ ਘਰ ਬੁੱਕ ਕਰ ਲੈਂਦੇ ਨੇ, ਮੈਂ ਭੁੱਲ ਰਹੀ ਹਾਂ, Airbnb ਰਹਿ ਕੇ ਕੁਛ ਮਤਲਬ ਰਹੋ ਲੋਕਲ ਕਮਿਊਨਿਟੀ ਵਾਂਗ, ਹੈ ਨਾ। ਯੂ ਵਿਲ ਗੈਟ ਟੂ ਨੋ ਕਿ ਤੁਹਾਡੇ ਥੱਲੇ ਵੀ ਜਿਹੜਾ ਕੋਈ ਬੰਦਾ ਕੰਮ ਕਰਦਾ ਪਿਆ, ਹੀ ਇਜ਼ ਜਸਟ ਅ ਹਿਊਮਨ, ਹੀ ਇਜ਼ ਡੂਇੰਗ ਹਿਜ਼ ਵਰਕ। ਇਫ ਯੂ ਕਾਂਟ ਅੰਡਰਸਟੈਂਡ ਦੈਟ ਪੁਆਇੰਟ ਬੈਕ ਇਨ ਯੋਰ ਕੰਟਰੀ, ਦੈਨ ਯੂ ਸ਼ੁਡ ਡੈਫੀਨਿਟਲੀ ਕਮ ਆਊਟ ਐਂਡ ਲਰਨ ਫਰਮ ਹੀਅਰ। ਦੈਨ ਨਹੀਂ, ਸਹੀ ਗੱਲ ਹੈ ਰਾਜਦੀਪ, ਆਹੀ ਗੱਲ ਆ, ਆਹੀ ਗੱਲ ਅਸੀਂ ਦੈਟਸ ਵਾਟ ਗੁਰੂ ਨਾਨਕ ਦੇਵ ਜੀ ਵਾਂਟਡ ਟੂ ਸੇ। ਸਹੀ ਗੱਲ ਹੈ ਰਾਜਦੀਪ। ਹੁਣ ਆਹੀ ਗੱਲ ਆ ਕਿ ਸੰਗਤਾਂ ਨੂੰ ਵੀ ਅਸੀਂ ਕਹਿਣਾ ਚਾਹਾਂ ਕਿ ਉਹੀ ਕਿ ਹੁਣ ਪਤਾ ਲੱਗਦਾ ਸੀ ਕਿ ਜਿਹੜੇ ਪਿੱਛੇ ਬਜ਼ਾਰੇ ਮਜ਼ਦੂਰੀ ਕਰਦੇ ਸੀ, ਜਿਹਨਾਂ ਨੂੰ ਮੈਂ ਵੀ ਗਲਤ ਕਹਿੰਦਾ ਰਿਹਾ, ਉਹ ਵੀ ਇਨਸਾਨ ਹੀ ਆ। ਕਿਉਂ ਇਨਸਾਨ ਆ? ਕਿਉਂਕਿ ਸਾਨੂੰ ਮਹਾਰਾਜ ਗੁਰਬਾਣੀ 'ਚ ਸਮਝਾਉਂਦੇ ਆ ਕਿ ਉਹ ਪਿਆਰ, ਉਹ ਰਿਸਪੈਕਟ, ਮਾਨਸ ਕੀ ਜਾਤ ਸਭ ਏਕ ਪਹਿਚਾਨਬੋ, ਉਹ ਜਿਹੜੀ ਅਕਾਲ ਦੀ ਜੋਤ ਆ ਸਾਰਿਆਂ 'ਚ, ਉਹ ਇੱਕੋ ਹੀ ਆ। ਪਰ ਇੰਟਰਸਟਿੰਗ ਆ ਕਿ ਜਦੋਂ ਉਥਲ ਪੁਥਲ ਹੁੰਦੀ ਆ ਤੇ ਅਸੀਂ ਉਸ ਸਾਈਡ 'ਤੇ ਜਿੱਦਾਂ, ਹੈ ਨਾ,
ਆ ਕੇ ਹਲੇਮੀ ਵੱਲ ਤੁਰਦੇ। ਪਰ ਉਹੀ ਮੈਂ ਸੰਗਤਾਂ ਨੂੰ ਹੁਣ ਫੇਰ ਮਾਲਕ ਦਾ ਸ਼ੁਕਰ ਕਰਨਾ ਕਹਿ ਕੇ ਚਾਹੂੰਗੇ ਕਿ ਅਸੀਂ ਜਿੰਨੇ ਵੀ ਅੰਤਰਰਾਸ਼ਟਰੀ ਸਟੂਡੈਂਟ ਆ, ਇੰਟਰਨੈਸ਼ਨਲ ਸਟੂਡੈਂਟ ਸਪੋਰਟ ਨੈਟਵਰਕ, ਅੰਤਰਰਾਸ਼ਟਰੀ ਵਿਦਿਆਰਥੀ ਸੱਥ, ਸਪੈਸ਼ਲੀ ਬਾਬਾ ਦੀਪ ਸਿੰਘ ਗੁਰੂ ਘਰ, ਉਹਨਾਂ ਵੱਲੋਂ ਸਾਨੂੰ ਬਹੁਤ ਜ਼ਿਆਦਾ ਸਪੋਰਟ ਆ। ਅਤੇ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਵੀਰ ਫਲੈਕਸ ਸਿੰਘ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੀਆਂ ਹੁਣ ਸਾਨੂੰ ਮੌਕਾ ਬਖਸ਼ਦੇ ਆ ਕਿ ਅਸੀਂ ਆਪਣੀ ਗੱਲ ਅੱਗੇ ਰੱਖ ਸਕੀਏ। ਅਤੇ ਖਾਸ ਕਰਕੇ ਜਿੰਨੇ ਵੀ ਤੁਸੀਂ ਸੁਣ ਰਹੇ ਆ, ਥੱਲੇ ਤੁਸੀਂ ਦੇਖ ਸਕਦੇ ਆ ਕਿ ਇੱਕ ਨੰਬਰ ਆਊਗਾ, ਅਤੇ ਪਲੀਜ਼ ਇਸ ਚੈਨਲ ਨੂੰ ਸਪੋਰਟ ਕਰੋ। ਤਾਂ ਹੋਰ ਵੀ ਜਿਹੜੇ ਆਉਣ ਵਾਲੇ ਸ਼ੋਅ ਆ ਅਸੀਂ ਗੱਲਾਂ ਬਾਤਾਂ ਕਰਦੇ ਰਹੋਂਗੇ, ਅਸੀਂ ਤੁਹਾਨੂੰ ਰਿਮਾਈਂਡ ਕਰਦੇ ਰਹੋਂਗੇ। ਪਰ ਉਹੀ ਗੱਲ ਮੈਂ ਕਹਿਣਾ ਚਾਹੂੰਗਾ ਕਿ ਇੱਥੇ ਰਾਹ ਦੀਦਾ ਕਿ ਬੰਦੇ ਨੂੰ ਹੁੰਦਾ ਕਿ ਮੈਂ ਕੁਛ ਕਰ ਸਕਦਾ, ਕਿ ਉਹੀ ਟੈਲੈਂਟ ਪਿੱਛੇ ਸੀ, ਉਹੀ ਟੈਲੈਂਟ ਇੱਥੇ ਆ, ਪਰ ਇਹ ਕਿ ਥੋੜ੍ਹਾ ਬੰਦੇ ਨੂੰ ਪੁਸ਼ਅਪ ਮਿਲਦੀ ਆ, ਹੈ ਨਾ। ਖਾਸ ਕਰਕੇ ਇੱਥੇ ਜਿਹੜੀ ਦੀ ਕਮਿਊਨਿਟੀ ਵੀ ਆ, ਮਾਲਕ ਦੀ ਕਿਰਪਾ ਨਾਲ ਗੁਰੂ ਦੀ ਸੰਗਤ, ਉਹ ਸਾਨੂੰ ਅਨੇਬਲ ਕਰਦੀ ਆ। ਮੈਂ ਆਪਣੀ ਗੱਲ ਕਰਦਾ ਕਿ ਹੁਣ ਸਿੱਖ ਸੁਸਾਇਟੀ 'ਚ ਮੈਂ ਸੇਵਾਦਾਰ ਸੀਗਾ, ਹੌਲੀ ਹੌਲੀ ਕਰਦੇ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਬਣ ਗਏ, ਫਿਰ ਸਰਦਾਰੀ ਕੀਤੀ, ਸਰਪੰਚੀ ਕੀਤੀ ਯੂਨੀਵਰਸਿਟੀ ਦੇ ਵਿੱਚ। ਹੁਣ ਮੈਂ ਯੂਰਪੀਅਨ ਓਪਰਚੁਨਿਟੀਜ਼, ਫਿਰ ਬਾਅਦ 'ਚ ਮੈਂ ਗਲੋਬਲ ਓਪਰਚੁਨਿਟੀਜ਼ ਵੱਲ ਨਿਕਲੂੰਗਾ, ਹੈ ਨਾ। ਕਿ ਕਦੀ ਜਰਮਨ ਕੋਈ ਇੰਟਰਫੇਥ ਕਾਨਫਰੰਸ ਆਉਂਦੀ ਆ, ਜਾਂ ਕੋਈ ਬਰਸਲਸ, ਕੋਈ ਕਿਤੇ ਸਾਨੂੰ ਓਪਰਚੁਨਿਟੀਆਂ ਮਿਲਦੀਆਂ, ਕਿ ਕਹਿਣ ਦਾ ਭਾਵ ਕਿ ਉਹੀ ਚੀਜ਼ ਆ ਪਰ ਉਹਨੂੰ ਇਗਨੀਸ਼ਨ ਮਿਲ ਜਾਂਦੀ ਆ, ਅਤੇ ਤਾਂ ਫਿਰ ਅਸੀਂ ਅੱਗੇ ਨਾ ਅੱਗੇ ਜਿੱਦਾਂ ਗਾਂਹ ਦੀ ਗਾਂਹ ਅਸੀਂ ਵੱਧਦੇ ਹੀ ਰਹਿੰਦੇ ਹਾਂ, ਹੈ ਨਾ। ਅਤੇ ਹੋਰ ਕੋਈ ਗੱਲ ਆਹ ਵਾਲੇ ਸੈਗਮੈਂਟ 'ਚ ਤੁਸੀਂ ਕਹਿਣਾ ਚਾਹੋਗੇ, ਖਾਸ ਕਰਕੇ ਜਿਹੜੀਆਂ ਆਸ਼ਾਵਾਂ, ਜਿਹੜੀ ਮੋਟੀਵੇਸ਼ਨ ਅਸੀਂ ਇੱਥੇ ਲੈ ਕੇ ਆਉਂਦੇ ਹਾਂ? ਬਾਹਰ ਆਉਂਦਾ ਹੈ ਨਾ, ਆਪਣੇ ਕੰਟਰੀ 'ਚ ਵੀ ਬਹੁਤ ਜ਼ਿਆਦਾ ਇੱਕ ਹਾਈਪ ਹੈ ਅਨਨੈਸੈਸਰੀ। ਆਈ ਵਾਂਟ ਟੂ ਕਲੀਅਰ ਦੈਟ। ਪਲੀਜ਼ ਕੁਛ ਹਾਈਪ ਕਰਨ ਦੀ ਲੋੜ ਨਹੀਂ ਹੈ। ਜਸਟ ਇੱਕ ਅਦਰ country, another land, normal people, normal lifestyle, we have to eat the same thing। ਬਸ ਇਹ ਮਾਈਂਡ 'ਚ ਰੱਖੋ ਕਿ ਤੁਸੀਂ ਜੋ ਕਰਨ ਆਏ ਆ ਉਹ ਕਰੋ, ਬਸ ਕਿਸੇ ਵੀ ਚੀਜ਼ ਦੀ ਕਮਾਂਡ ਕਰਨ ਦਾ ਲੋੜ ਨਹੀਂ। ਬਿਕੋਜ਼ ਜਦ ਉਹ ਚੀਜ਼ ਆ ਜਾਵੇ ਨਾ, ਤੇ ਬੰਦੇ ਨੂੰ, ਮੈਨੂੰ ਲੱਗਦਾ ਆਪਣਾ ਫੋਕਸ ਉੱਚੇ ਵੀ ਗੜਬੜ ਆਉਂਦਾ ਹੈ ਨਾ। ਮੈਨੂੰ ਲੱਗਦਾ ਇਹ ਚੀਜ਼ ਯੂ ਸ਼ੁੱਡ, ਇਹ ਮੈਂ ਦੇਖੀ ਆ, ਕਿਉਂਕਿ ਆਪਣੇ ਤੁਹਾਨੂੰ ਪਤਾ ਪੰਜਾਬ 'ਚ ਕਾਫੀ ਹੈਗਾ। ਬਾਹਰ ਆ ਕੇ ਯਾਰ ਕੀ ਹੋ ਜਾਣਾ, ਠੀਕ ਹੈ, ਗਰੋ, ਸਹੀ ਗੱਲ ਹੈ, ਗਰੋ ਐਂਡ ਜਸਟ ਗਰੋ ਐਂਡ ਲੈਟ ਅਦਰਸ ਗਰੋ। ਤੇ ਮੇਨ ਆਹੀ ਹੈ, ਜਿੱਦਾਂ ਹੁਣ ਰਾਜ ਭੈਣ ਜੀ ਨੇ ਗੱਲ ਕਹੀ ਹੈ ਕਿ ਡਿਸਟਰੈਕਸ਼ਨ ਇਜ਼ ਬਹੁਤ ਵੱਡਾ ਜਿਹੜਾ ਇਸ਼ੂ ਹੈਗਾ ਅੱਜ ਕੱਲ੍ਹ ਦੇ ਨਵੇਂ ਜਿਹੜੇ ਸਟੂਡੈਂਟਸ ਆ ਰਹੇ ਆ ਇੰਡੀਆ ਤੋਂ। ਇੱਥੇ ਆ ਕੇ ਕਈ ਕੰਮ ਕੁੰਮ 'ਚ ਲੱਗ ਜਾਂਦੇ ਆ, ਯੂਨੀਵਰਸਿਟੀ ਨਹੀਂ ਜਾਂਦੇ ਹੈਗੇ, ਫਿਰ ਮੁੜ ਕੇ ਯੂਨੀਵਰਸਿਟੀ ਈਮੇਲ ਕਰ ਦਿੰਦੀ ਹੈ ਜੀ ਇਮੀਗ੍ਰੇਸ਼ਨ ਨੂੰ ਕਿ ਸਟੂਡੈਂਟ ਇੱਥੇ ਨਹੀਂ ਆ ਰਿਹਾ, ਲੋ ਅਟੈਂਡੈਂਸ ਕਰਕੇ। ਫਿਰ ਉਹ ਇਮੀਗ੍ਰੇਸ਼ਨ ਤੋਂ ਡਰਦੇ ਮਾਰੇ ਇੱਧਰ ਉੱਧਰ ਹੋਰ ਜਿਹੜੇ ਘਰ ਚੇਂਜ ਕਰਦੇ ਆ ਜਾਂ ਜੋਬ ਚੇਂਜ ਕਰਦੇ ਆ, 2 ਨੰਬਰ 'ਚ ਵੀ ਹੋ ਜਾਂਦੇ ਇੱਥੇ ਕਈ। ਮੈਨੂੰ ਮੈਂ ਮਿਲਿਆ ਉਹਨਾਂ ਨੂੰ, ਉਹਨਾਂ ਦੇ ਐਕਸਪੀਰੀਅੰਸਿਸ ਸੁਣੇ ਆ। ਸੋ ਉਹਨਾਂ ਦੇ ਪਿਛੋਕੜ ਘਰੋਂ ਇੱਦਾਂ ਹੈ ਨਹੀਂ ਕਿ ਜਿਹੜਾ ਬੈਚਲਰਸ ਹੈ 3 ਸਾਲ ਦੀ ਜਾਂ ਮਾਸਟਰਸ ਹੈਗੀ 1 ਸਾਲ ਦੀ ਪੂਰੀ ਫੀਸ ਦੇ ਦੇਣ। ਉਹ 1 ਸਮੈਸਟਰ ਦੀ ਫੀਸ ਦੇ ਕੇ ਆ ਜਾਂਦੇ ਆ ਵਿਚਾਰੇ, ਇੱਥੇ ਆ ਕੇ ਹੋਰ ਹੀਲਾ ਲੱਭਦੇ ਆ। ਅਤੇ ਇੱਥੇ ਆ ਕੇ ਹੁਣ ਏਜੰਟ ਤਾਂ ਕਹੀ ਜਾਂਦੇ ਆ ਉੱਥੇ ਜਾ ਕੇ ਤੁਸੀਂ ਫੀਸ ਕੱਢ ਲਓਗੇ, ਕਮਾ ਲਓਗੇ, ਬਟ ਗਰਾਊਂਡ ਰਿਐਲਿਟੀ ਇੱਥੇ ਆ ਕੇ ਤੁਸੀਂ 14,000 ਪਾਉਂਡ 1 ਸਾਲ ਦਾ ਕੱਢਣਾ ਬਹੁਤ ਔਖਾ ਹੈ। ਜਿਹੜੇ ਇੱਥੇ ਪੱਕੇ ਬੰਦੇ ਰਹਿੰਦੇ ਆ ਉਹਨਾਂ ਲਈ ਵੀ ਔਖਾ ਹੈ, ਇੰਟਰਨੈਸ਼ਨਲ ਸਟੂਡੈਂਟ ਲਈ ਤਾਂ ਬਹੁਤ ਵੱਡੀ ਗੱਲ ਹੈ ਇਹ। ਸੋ ਜਾਂ ਤਾਂ ਇੱਥੇ ਆ ਕੇ ਇੱਦਾਂ, ਜਾਂ ਤਾਂ ਤੁਸੀਂ 14,000 ਪਾਉਂਡ ਦੇ ਕਮਾਉਣ ਦੇ ਚੱਕਰਾਂ 'ਚ ਲੱਗ ਜਾਓਗੇ, ਜਾਂ ਫਿਰ ਤੁਸੀਂ ਸਟੱਡੀ ਕਰ ਲਓਗੇ। ਦੋਵੇਂ ਚੀਜ਼ਾਂ ਇਕੱਠੀਆਂ ਹੈਂਡ ਇਨ ਹੈਂਡ ਨਹੀਂ ਚੱਲਣੀਆਂ ਹੈਗੀਆਂ। ਇਹ ਮੇਨ ਤੁਹਾਡਾ ਫੋਕਸ ਇੱਥੇ ਆ ਕੇ ਸਟੱਡੀ ਦਾ ਹੋਣਾ ਚਾਹੀਦਾ। ਪਲੀਜ਼ do not get distracted by other people influences। So I think that's the how I would like to conclude this। ਕਮਾਨ ਦੇ ਅਗਰ ਪੁਆਇੰਟ 'ਚੋਂ ਆਉਂਦੇ ਨੇ, who wants to, ਹੈ ਨਾ, earn, ਤੇ ਫਿਰ ਤੁਸੀਂ ਉਸ ਵੀਜ਼ਾ ਦੇ ਹਿਸਾਬ ਨਾਲ ਆਓ। ਮੈਂ ਤੁਹਾਨੂੰ ਫਿਰ ਤੁਸੀਂ ਰੱਜ ਕੇ ਕਮਾਓ, ਸਿੱਧੀ ਗੱਲ ਹੈ ਨਾ। ਕਿਉਂਕਿ ਵੀਜ਼ਾ ਰੂਟ ਜਿਹੜਾ ਤੁਸੀਂ ਚੱਕਿਆ ਹੈ ਆਪਣਾ ਉਹਦੇ ਹਿਸਾਬ ਨਾਲ ਹੀ ਤੁਹਾਨੂੰ ਕੰਮ ਕਰਨਾ ਚਾਹੀਦਾ। ਬਿਕੋਜ਼ ਹੈ ਨਾ, ਕਿਉਂਕਿ ਇਹ ਕੋਈ ਸੈਂਸ ਨਹੀਂ ਬਣਦੀ ਮੈਨੂੰ ਲੱਗਦਾ। ਬਿਕੋਜ਼ ਯੂਕੇ 'ਚ ਇੰਨੀ ਓਪਰਚੁਨਿਟੀਜ਼, ਦੇਰ ਆਰ ਵੇਰੀਅਸ ਟਾਈਪਸ ਆਫ ਵੀਜ਼ਾ, ਹੈ ਨਾ। ਤਾਂ ਤੁਸੀਂ ਉਹਨੂੰ ਅਪਲਾਈ ਕਰੋ ਨਾ ਫਿਰ। ਅਗਰ ਕਿਉਂਕਿ ਜੇ ਤੁਸੀਂ ਪੜ੍ਹਨ ਦੇ ਵੀਜ਼ਾ 'ਤੇ ਤੁਸੀਂ ਹੋਰ ਦੂਸਰਾ ਹੀ ਕੰਮ ਕਰੀ ਜਾਓਗੇ, ਡਜ਼ਨਟ ਮੇਕ ਐਨੀ ਸੈਂਸ। ਨਹੀਂ, ਆਫ ਕੋਰਸ ਰਾਜ। ਹੁਣ ਨਾਲੇ ਮੈਂ ਤੁਹਾਨੂੰ ਪਰਸਨਲ ਐਕਸਪੀਰੀਅੰਸ ਵੀ ਦੱਸਦਾ। ਨਵੇਂ ਆਏ, ਮੈਨੂੰ ਲੱਗਾ ਲੈ ਵੀ ਪਤਾ ਨਹੀਂ ਕੀ ਬੰਬ ਚਲਾਤਾ, ਹੈ ਨਾ। ਬਾਹਰ ਆਏ, ਕਹਿਣਾ ਤਾਂ ਨਹੀਂ ਚਾਹੀਦਾ, ਪਰ ਰਿਐਲਿਟੀ ਮੈਂ ਆਪਣੀ ਦੱਸਣ ਡਿਆ, ਹੈ ਨਾ। ਕਦੀ ਕਿਸੇ ਨੂੰ ਨੀਵਾਂ ਦਿਖਾ ਦੇਣਾ, ਲੈ ਵੀ ਮੈਂ ਇੰਗਲੈਂਡ ਪਹੁੰਚ ਗਿਆ, ਪਤਾ ਨਹੀਂ ਕੀ, ਹੈ ਨਾ, ਹਵਾਈ ਫੈਰ ਮਾਰਤੇ ਕਿ ਜਿੱਦਾਂ, ਹੈ ਨਾ, ਕਿ ਪਤਾ ਨਹੀਂ। ਕਿਉਂਕਿ ਕਹਿਣਾ ਤਾਂ ਨਹੀਂ ਚਾਹੀਦਾ, ਉਹ ਮਾਹੌਲ 'ਚੋਂ ਨਿਕਲੇ, ਹੈ ਨਾ। ਇੱਥੋਂ ਮਾੜਾ ਜੇ ਕੋਈ ਸਿੰਗਰ ਜਾਣਾ, ਉਹਨੇ ਪਿੱਛੇ ਆ ਕੇ ਕਹਿਣਾ ਤਾਂ ਨਹੀਂ ਚਾਹੀਦਾ ਯਾਰ। ਹੁਣ ਪਤਾ ਲੱਗਦਾ ਕਿ ਟੁੱਟੀ ਫੁੱਟੀ ਅੰਗਰੇਜ਼ੀ ਮਾਰ ਕੇ ਸਾਨੂੰ ਪਾਗਲ ਬਣਾ ਦੇਣਾ ਕਿ ਬਾਹਰ ਪਤਾ ਨਹੀਂ ਕੀ ਆ, ਹੈ ਨਾ। ਪਰ ਠੀਕ ਆ, ਉਹ ਵੀ ਟਾਈਮ ਸੀਗਾ। ਪਰ ਇੰਟਰਸਟਿੰਗ ਆ ਕਿ ਜਦੋਂ ਬੰਦਾ ਇੱਥੇ ਥੋੜ੍ਹਾ ਚਿਰ ਰਹਿ ਲੈਂਦਾ, ਫਿਰ ਬੰਦੇ ਨੂੰ ਅਹਿਸਾਸ ਹੁੰਦਾ ਕਿ ਯਾਰ ਤੁਹਾਡੀਆਂ ਨੂੰ ਇਹ ਹੋਣ ਕੀ ਡਿਆ ਆ। ਕਿ ਇੰਟਰਸਟਿੰਗ ਹੈ ਨਾ ਕਿ ਭਰਮ ਦਿੱਤਾ ਗਿਆ, ਬਿਲਕੁਲ ਭਰਮ ਦਿੱਤਾ ਗਿਆ। ਬਹੁਤ ਈਜ਼ੀ ਆ। ਤੁਹਾਨੂੰ ਐਕਚੁਅਲੀ ਇਹ ਨਹੀਂ ਪਤਾ ਕਿ ਤੁਹਾਡੇ ਇੰਡੀਆ 'ਚ
ਲਾਈਫ ਈਜ਼ੀਐਸਟ ਹੈ, of ਜਸਟ course. ਈਜ਼ੀਐਸਟ ਕਿ ਉਹੀ ਗੱਲ ਕਿ ਈਜ਼ੀ ਲਾਈਫ। ਕਿ ਭਰਮ ਦਿੱਤਾ ਗਿਆ ਉਹ ਸਾਰੀਆਂ ਚੀਜ਼ਾਂ ਫਿਰ ਜਦੋਂ ਬੰਦਾ ਸਮਝਦਾ ਆ। ਪਰ ਇੰਨੀ ਗੱਲ ਅਸੀਂ ਸ਼ੁਕਰ ਕਰਨਾ ਚਾਹੂੰਗੇ ਕਿ ਜਿਹੜੀ ਗੁਰੂ ਦੀ ਸੰਗਤ ਯੂਕੇ ਦੀ ਆ, ਮੈਂ ਹੋਰ ਮੁਲਕਾਂ ਦਾ ਨਹੀਂ ਕਹਿ ਸਕਦਾ, ਕਿ ਘੱਟੋ ਘੱਟ ਉਹ ਸਾਡਾ ਸਹਾਰਾ ਬਣਦੀ ਆ। ਮੈਂ ਆਪਣੀ ਐਕਸਪੀਰੀਅੰਸ ਦੀ ਗੱਲ ਕਰਨ ਡਿਆ, ਹੋਰ ਕਿਸੇ ਦੀ ਨਹੀਂ। ਉਹਨਾਂ 'ਚੋਂ ਪਿਆਰ, ਉਹ ਹਲੇਮੀ ਹੈ। ਖਾਸ ਕਰਕੇ ਮੈਂ ਦੇਖਿਆ, ਅਸੀਂ ਹੋਰ ਵੀ ਜਿੱਦਾਂ ਗੱਲਾਂ ਡਿਸਕਸ ਕਰੂੰਗੇ ਸਾਨੂੰ ਪ੍ਰੋਬਲਮਾਂ ਕੀ ਆਈਆਂ, ਬਟ ਇੰਨੀ ਗੱਲ ਆ ਕਿ ਜਿਹੜੀ ਸੰਗਤ ਗੁਰੂ ਦੀ ਹਜ਼ੂਰੀ ਵਿੱਚ, ਗੁਰੂ ਦੇ ਸਿੱਖ, ਉਹਨਾਂ ਵੱਲੋਂ ਜਿਹੜੀ ਮੈਨੂੰ ਰਿਸਪੈਕਟ ਮਿਲੀ ਤੇ ਪਿਆਰ ਮਿਲਿਆ ਨਾ, ਮੈਂ ਅੰਮ੍ਰਿਤਧਾਰੀ ਸਿੰਘਾਂ ਵੀ ਨਹੀਂ ਉਦੋਂ, ਕਿ ਉਹ ਚੀਜ਼ ਕਰਕੇ ਹੀ ਅਸੀਂ ਬਚੇ ਪਏ ਆ ਇਸ ਟਾਈਮ। ਖਾਸ ਕਰਕੇ ਗੁਰੂ ਦੇ ਲੰਗਰ ਕਰਕੇ ਜਾਂ ਹੋਰ ਸੰਸਥਾਵਾਂ ਕਰਕੇ ਅਸੀਂ ਬਚੇ ਪਏ ਆ। ਪਰ ਆਹੀ ਜਿਹੜੀ ਇਹ ਸੈਗਮੈਂਟ ਦੇ ਵਿੱਚ ਅਸੀਂ ਮੇਨ ਗੱਲ ਆਹੀ ਕਹਿਣਾ ਚਾਹੁੰਦੇ ਸੀਗੇ ਕਿ ਸਾਡੀ ਮੋਟੀਵੇਸ਼ਨ ਕੀ ਆ, ਸਾਡੀਆਂ ਆਸ਼ਾਵਾਂ ਕੀ ਆ, ਤੇ ਅਸੀਂ ਕਿਹੜੇ ਸੁਪਨੇ ਲੈ ਕੇ ਆਉਣੇ ਹੈ ਨਾ। ਕਿ ਹੋਰ ਕੋਈ ਗੱਲਬਾਤ ਇਹ ਸੈਗਮੈਂਟ ਦੇ ਵਿੱਚ ਖਾਸ ਕਰਕੇ ਆਸ਼ਾਵਾਂ, ਮੋਟੀਵੇਸ਼ਨ ਜਿਹੜੀ ਸਾਡੇ ਵਿੱਚ ਆ ਇਸ ਟਾਈਮ, ਉਹਦੇ ਬਾਰੇ ਕਰਨਾ ਚਾਹੋਗੇ ਤੁਸੀਂ ਭੁਪਿੰਦਰ ਜਾਂ ਰਾਜਦੀਪ? ਮੈਨੂੰ ਲੱਗਦਾ ਹੈ ਕਿ ਗੱਲਾਂ ਤੇ ਬਹੁਤ ਸਾਰੀਆਂ ਹੈ, ਬਟ ਆਈ ਵਾਂਟ ਟੂ ਜਸਟ ਡੂ ਬਰੀਫਲੀ, ਹੈ ਨਾ, ਇਨ ਦਾ ਸੈਂਸ ਕਿ ਠੀਕ ਹੈ ਤੁਸੀਂ ਬਹੁਤ ਕੁਝ ਆਪਾਂ ਸੁਣਦੇ ਆ ਨਾ, ਆਉਣ ਤੋਂ ਪਹਿਲਾਂ ਬਹੁਤ ਕੁਝ ਸੁਣਦੇ, ਲੇਕਿਨ ਮੈਨੂੰ ਲੱਗਦਾ ਡੋਂਟ 100% ਬਿਲੀਵ ਇਨ ਦੈਟ, ਨੋ ਵੇਜ਼। ਆਪਣੇ ਦਿਮਾਗ 'ਚ ਨਾ, ਆਪਣੇ ਸਬਕੌਂਸ਼ੀਅਸ ਮਾਈਂਡ 'ਚ ਬਿਠਾ ਕੇ ਰੱਖੋ ਕਿ ਰਿਐਲਿਟੀ ਵਿਲ ਆਲਵੇਜ਼ ਬੀ ਸਮਥਿੰਗ ਡਿਫਰੈਂਟ, ਕਿਉਂਕਿ ਉਹਦੇ ਨਾਲ ਤੁਹਾਨੂੰ ਕੀ ਹੋਏਗਾ, ਇਟ ਵਿਲ ਬੀ ਈਜ਼ੀ ਫॉर ਯੂ ਟੂ ਗ੍ਰੈਬ ਦੈਟ ਔਰ ਐਕਸੈਪਟ ਵਾਟ ਐਵਰ ਚੇਂਜਸ, ਯੂ ਨੋ, ਜੋ ਵੀ ਅੱਗੇ ਆ। ਨਹੀਂ ਤੇ ਫਿਰ ਇੱਕਦਮ ਸ਼ੌਕ ਹੋ ਜਾਂਦਾ ਬੱਚਿਆਂ ਵਾਸਤੇ, ਹੈ ਨਾ। ਕਿਉਂਕਿ ਮੇਰੇ ਜਾਣ ਪਹਿਚਾਣ 'ਚ ਕਈ ਬੱਚੇ ਹੈਗੇ ਜਿਹੜੇ ਵਾਪਸ ਵੀ ਚਲੇ ਗਏ, ਜਿਹੜੇ ਸੋਚ ਕੇ ਕੁਛ ਹੋਰ ਆਏ ਸੀ, ਬਟ ਉਹਨਾਂ ਨੂੰ ਵਾਪਸ ਜਾਣਾ ਪਿਆ, ਉਹਨਾਂ ਨੂੰ ਕੋਈ ਹੋਇਆ ਹੀ ਨਹੀਂ, ਹੈ ਨਾ, ਨਹੀਂ ਸਰਵਾਈਵ ਕਰ ਸਕੇ। ਬਟ ਆਈ ਥਿੰਕ ਨਹੀਂ, ਇਹ ਬਹੁਤ ਵੱਡਾ ਹੈ। ਮੈਨੂੰ ਲੱਗਦਾ ਹੈ ਕਿ ਠੀਕ ਹੈ ਤੁਸੀਂ ਆਪਣੇ ਐਕਸਪੈਕਟੇਸ਼ਨਸ ਰੱਖੋ, ਲੇਕਿਨ ਜੋ ਕੋਈ ਕੁਝ ਕਹਿੰਦਾ ਹੈ ਜੈਨੂਇਨ ਸੋਰਸਿਸ ਕੋ ਜਾਓ। ਬੇਸਿਕਲੀ ਆਈ ਵੁੱਡ ਨਾਟ ਸੇ ਦੈਟ ਐਵਰੀਵਨ ਇਜ਼ ਇੱਦਾਂ, ਤੇ ਫਿਰ ਆਪਾਂ ਵੀ ਗਲਤ ਹੋ ਜਾਵਾਂਗੇ, ਹੈ ਨਾ। ਇਹ ਤੁਹਾਡੀ ਗੱਲ ਬਹੁਤ ਸਹੀ ਆ ਕਿ ਜੈਨੂਇਨ ਸੋਰਸਿਸ, ਜੈਨੂਇਨ ਕੌਣ ਹੁੰਦੇ ਆ ਜਿਹੜੇ ਤੁਹਾਨੂੰ ਵੀ ਇਨਫੋਰਮੇਸ਼ਨ ਦੇ ਕੇ ਤੁਹਾਨੂੰ ਇੰਪਾਵਰ ਕਰੂਗੇ ਵਿਦਿਆਰਥੀਆਂ ਨੂੰ, ਹੈ ਨਾ। ਥੋੜਾ ਜਿਹਦੀ ਗੱਲ ਤੁਹਾਨੂੰ ਥੋੜੀ ਜਿਹੀ ਚੁੱਭੇ ਨਾ, ਉਹ ਮੈਨੂੰ ਲੱਗਦਾ ਉਹ ਸੱਚ ਬੋਲਦਾ, ਹਾਂ, ਹੈ ਨਾ, ਕਿਉਂਕਿ ਮੇਰੀ ਤਾਂ ਲਾਈਫ ਦੀ ਇਹੀ ਕਹਾਣੀ ਰਹੀ ਹੈ ਹਮੇਸ਼ਾ ਤੋਂ, ਹੈ ਨਾ। ਪਰ ਉਹੀ ਕਿ ਕਹਿਣ ਦਾ ਭਾਵ ਜਿਹੜਾ ਬੰਦਾ ਆਪਣੇ ਆਪ 'ਚ ਹੀ ਸੁਲਝਿਆ ਆ, ਜੋ ਤੁਹਾਨੂੰ ਸਲਾਹ ਦੇਣ ਡਿਆ, ਤੇ ਉਹ ਪਲੀਜ਼ ਲਵੋ, ਹੈ ਨਾ। ਜੇ ਕੋਈ ਭਾਵੇਂ ਚੁੱਭੀ ਵੀ ਗੱਲ, ਜੋ ਚੁੱਭੀ ਵੀ ਗੱਲ ਤੇ ਸੋਚੋ ਕਿ ਮੇਬੀ ਉਹ ਸਹੀ ਕਹਿ ਰਿਹਾ, ਹਰ ਬੰਦਾ ਤੁਹਾਨੂੰ ਗਲਤ ਨਹੀਂ ਕਹਿ ਸਕਦਾ। ਨਾ ਹੁਣ ਕਈ ਲੋਕੀ ਜਾਣ ਕੇ ਵੀ ਕਹਿੰਦੇ ਨੇ। ਰਾਜ ਮੈਨੂੰ ਸੀਗਾ, ਮੈਨੂੰ ਪਤਾ, ਮੇਰਾ ਵੀ ਕੋਈ ਪ੍ਰੋਸੈਸ ਚੱਲੇ, ਕਹਿੰਦੇ ਹਾਂ ਹੁਣ ਤੂੰ ਕੱਲ ਗੋਰੀਆਂ 'ਚ ਖੇਡੀ। ਮੈਨੂੰ ਮੇਰੇ ਹੱਲੇ ਵੀ ਉਹ ਮੇਰੇ ਦਿਮਾਗ 'ਚ ਹੈ ਨਾ, ਜਿਹੜੀ ਉਹ ਲੈਣ ਆ, ਉਹ ਮੇਰੇ ਰੜਕਦੀ ਆ, ਕਹਿੰਦੇ ਤੂੰ ਗੋਰੀਆਂ 'ਚ ਖੇਡੀ। ਮੈਂ ਕਿਹਾ ਤੁਹਾਡੀ ਗੱਲ, ਮੈਂ ਕਿਹਾ ਵਾਹਿਗੁਰੂ, ਹੈ ਨਾ। ਗੋਰੇ ਇੰਡੀਆ ਤੋਂ ਜਾ ਕੇ ਸਾਰਾ ਸਮਾਨ ਚੱਕ ਕੇ ਲਿਆਈ ਜਾਂਦੇ ਆ, ਉਹਨਾਂ ਦਾ ਸਾਡਾ ਕਲਚਰ ਸਿੱਖ ਰਹੇ ਆ। ਇੱਥੇ ਵਾਲੇ ਗੋਰੇ ਜਿਹੜੇ ਪੰਜਾਬੀ ਸਿੰਘ ਸੱਜ ਰਹੇ ਆ, ਸਿੱਖ ਸੱਜ ਰਹੇ ਆ। ਹੁਣੀ ਇੱਕ ਥੋੜ੍ਹੇ ਚਿਰ ਪਹਿਲਾਂ ਮੈਂ ਲੰਡਨ ਗਿਆ ਸੀਗਾ, ਉੱਥੇ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ, ਉੱਥੇ ਕਾਫੀ ਚੀਜ਼ਾਂ ਦੇਖੀਆਂ ਆਪਣੇ ਪੰਜਾਬ ਦੀਆਂ। ਮਹਾਰਾਜਾ ਰਣਜੀਤ ਸਿੰਘ ਦੀ ਕੁਰਸੀ, ਜਿਹੜਾ ਥਰੋਨ ਹੈਗਾ। ਫਿਰ ਟਾਵਰ ਆਫ ਲੰਡਨ ਵੀ ਗਏ ਆ, ਕੋਹੀਨੂਰ ਦੇ, ਤੇ ਸਾਰਾ ਕੁਛ। ਅਤੇ ਉੱਥੋਂ ਇੱਕ ਚੀਜ਼ ਪਤਾ ਚੱਲੀ ਹੈ ਕਿ ਜਿਹੜਾ ਸਾਡਾ ਪਿਛੋਕੜ ਹੈ, ਸਾਡਾ ਜਿਹੜਾ ਕਲਚਰ ਹੈ, ਉਹ ਬਹੁਤ ਜ਼ਿਆਦਾ ਰਿਚ ਕਲਚਰ ਹੈ। ਅਸੀਂ ਉਹਨੂੰ ਨਾ ਖਰਾਬ ਕਰੀਏ, ਅਸੀਂ ਉਹਨੂੰ ਅੱਗੇ ਪ੍ਰਫੁੱਲਤ ਕਰੀਏ, ਅੱਗੇ ਆਉਣ ਵਾਲੀ ਪੀੜ੍ਹੀਆਂ ਨੂੰ ਜਾਗਰੂਕ ਕਰੀਏ। ਇੱਧਰਲੇ ਵੀ ਜਿਹੜੇ ਯੂਕੇ ਦੇ ਜਿਹੜੇ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈਗੀ ਹੈ, ਮਹਾਰਾਜ ਦੀ ਕਿਰਪਾ ਹੈਗੀ, ਕਈ ਤਾਂ ਹੈਗੇ ਜਿਹੜੇ ਸੂਝਵਾਨ ਬੰਦੇ ਜਿਹੜੇ ਜਾਗਰੂਕ ਹੈਗੇ ਆ। ਇੱਥੇ ਲਈ ਕਈ ਜਿਹੜੇ ਹੈਗੇ ਆ, ਉਹਨਾਂ ਨੂੰ ਪੰਜਾਬੀ ਕਲਚਰ ਬਾਰੇ ਨਹੀਂ ਪਤਾ, ਘਰੇ ਨਹੀਂ ਪੰਜਾਬੀ ਬੋਲਦੇ। ਸੈਕਿੰਡ ਜਨਰੇਸ਼ਨ ਜਿਹਨਾਂ ਦੀ ਚੱਲ ਰਹੀ ਹੈ, ਕਈ ਉਹਨਾਂ ਨੂੰ ਪੰਜਾਬੀ ਦਾ ਮਤਲਬ ਹੀ ਨਹੀਂ ਪਤਾ, ਘਰੇ ਪੰਜਾਬੀ ਨਹੀਂ ਬੋਲਣੀ, ਪੰਜਾਬੀ ਸਕੂਲ ਨਹੀਂ ਜਾਣਾ। ਉਹਨਾਂ ਨੂੰ ਕਦੇ ਪੰਜਾਬ ਤੁਸੀਂ ਲੈ ਜਾਓ, ਕਦੇ ਇੰਡੀਆ ਜਾ ਕੇ ਦੇਖੋ, ਉਹਦਾ ਤਾਂ ਮਨ ਉਹਨਾਂ ਦਾ ਬੌਖਲਾ ਜਾਂਦਾ ਵੀ ਕਿੱਥੇ ਆ ਗਏ ਅਸੀਂ। ਸੋ ਇਹ ਬਹੁਤ ਜ਼ਰੂਰੀ ਹੈ ਕਿ ਗੋਰੇ ਜਿਹੜੇ ਹੈਗੇ ਆ ਸਾਡਾ ਕਲਚਰ ਸਿੱਖੀ ਜਾਂਦੇ ਆ, ਉਹ ਸਾਡਾ ਕਲਚਰ ਇੱਥੇ ਲਿਆ ਕੇ ਮਿਊਜ਼ੀਅਮ 'ਚ ਰੱਖੀ ਜਾਂਦੇ ਆ। ਅਸੀਂ ਉੱਥੋਂ ਤੋਂ ਕੀ ਸਿੱਖ ਰਹੇ ਹਾਂ, ਇਹ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਸਾਨੂੰ ਫੋਕਸ ਕਰਨੀ ਚਾਹੀਦੀ ਹੈ। ਸਾਡੇ ਕਲਚਰ 'ਚ ਆਈ ਥਿੰਕ ਵੀ ਸ਼ੁੱਡ ਲਰਨ ਪੇਸ਼ੈਂਸ, ਜੋ ਸਾਨੂੰ ਸਿਖਾਇਆ ਹੈ ਗੁਰੂ ਨੇ ਨਾ, ਹੈ ਨਾ। ਪੇਸ਼ੈਂਸ ਜੇ ਬੰਦੇ 'ਚ ਆ ਗਿਆ, ਉਹ ਬੰਦਾ ਕਿੱਥੇ ਵੀ ਸਰਵਾਈਵ ਕਰ ਲੇਗਾ। ਐਂਡ ਕੰਟੈਂਟ, ਉਹੀ ਕਿ ਸੰਤੋਖ, ਹੈ ਨਾ, ਸੰਤੋਖ, ਸਬਰ, ਸੰਤੋਖ। ਪਰ ਇਹ ਗੱਲ ਆ ਵੀ ਆ ਭੁਪਿੰਦਰ ਸਿੰਘ, ਜਦ ਤੁਸੀਂ ਗੱਲ ਕਹਿਣ ਡੇ, ਹੈ ਨਾ, ਕਿ ਯਾਰ ਸੋਚਣ ਵਾਲੀ ਗੱਲ ਆ। ਅਸੀਂ ਅੱਜ ਇੱਥੇ ਬੈਠੇ ਆ, ਮਾਲਕ ਦੀ ਕਿਰਪਾ ਨਾਲ ਮੱਲਾ ਮਾਰਨ ਡੇ ਆ, ਸਾਡੇ ਤਾਂ ਸ਼ੁਰੂ ਹੀ ਹੋਏ ਆ। ਤੁਸੀਂ ਦੇਖ ਲਓ ਭਾਜੀ ਨੂੰ ਕਿੰਨੇ ਅਵਾਰਡ ਮਿਲੇ ਮਾਲਕ ਦੀ ਕਿਰਪਾ ਨਾਲ। ਮੈਂ ਇੱਥੇ ਸਰਪੰਚੀ ਕੀਤੀ ਯੂਨੀਵਰਸਿਟੀ ਦੇ ਵਿੱਚ, ਰਾਜਦੀਪ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਕਿੰਨੇ ਫੱਟੇ ਚੱਕਣ ਡਈ ਆ। ਪਰ ਗੱਲ ਇਹ ਆ ਕਿ 150 ਸਾਲ, ਪੌਣੇ 200 ਸਾਲ ਪਹਿਲਾਂ ਗੋਰੇ ਸਾਡੇ ਕੋਲ ਕੰਮ ਕਰਨ ਆਉਂਦੇ ਸੀਗੇ, ਹੈ ਨਾ। ਕਿ ਉਹੀ ਗੱਲ ਆ, ਸਾਡਾ ਜਿਹੜਾ ਰਾਜ, ਜਦੋਂ ਕੋਈ ਵੀ
ਵੱਡੀ ਕੋਈ ਗੱਲ ਹੁੰਦੀ ਸੀ ਦੁਨੀਆ ਦੀ, ਉਹਦੇ ਵਿੱਚ ਸਾਡੇ ਬੰਦੇ ਮੇਨ ਸਲਾਹਾਂ ਦਿੰਦੇ ਸੀਗੇ ਹੈ ਨਾ, ਕਿ ਉਹ ਸਾਡੇ ਕੋਲ ਕੰਮ ਕਰਨ ਆਉਂਦੇ ਸੀਗੇ ਉਹ ਚੀਜ਼ਾਂ। ਪਰ ਉਹ ਇਹ ਗੱਲ ਅਸੀਂ ਸਮਝੀਏ ਹੈ ਨਾ ਕਿ ਇੱਧਰਲੇ ਵੀ ਸਾਡੇ ਬਾਰੇ ਸਿੱਖਣ ਡਏ ਆ ਅਤੇ ਅਸੀਂ ਵੀ ਉਹਨਾਂ ਬਾਰੇ ਸਿੱਖਣ ਡਏ ਆ। ਪਰ ਉਹੀ ਅਖੀਰ 'ਤੇ ਅਗਲਾ ਸੈਗਮੈਂਟ ਜਿਹ 'ਚ ਅਸੀਂ ਸਮੱਸਿਆਵਾਂ ਦੀ ਗੱਲ ਕਰੂੰਗੇ। ਅਤੇ ਉਹ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਆਹੀ ਕਹਿਣਾ ਚਾਹੂੰਗਾ ਕਿ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿ ਸਾਨੂੰ ਇਹ ਵਿਚਾਰ ਚਰਚਾ ਕਰਨ ਦਾ ਮੌਕਾ ਦਿੱਤਾ। ਖਾਸ ਕਰਕੇ ਧੰਨਵਾਦ ਬਾਬਾ ਦੀਪ ਸਿੰਘ ਗੁਰੂ ਘਰ ਦਾ ਵੀ, ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸਪੋਰਟ ਨੈਟਵਰਕ ਅੰਤਰਰਾਸ਼ਟਰੀ ਵਿਦਿਆਰਥੀ ਸਾਥ ਨੂੰ ਜਿਹੜੇ ਹਮੇਸ਼ਾ ਹੀ ਸਪੋਰਟ ਕਰਦੇ ਆ। ਫਲੈਕਸ ਸਿੰਘ ਵੀਰ ਦਾ ਵੀ ਧੰਨਵਾਦ, ਜਿਹੜੇ ਇੰਨੇ ਦੂਰੋਂ ਆਏ ਆ ਸਾਡੇ ਨਾਲ ਗੱਲਬਾਤ ਜਿਹੜੀ ਚਰਚਾ ਇਹਨੂੰ ਰਿਕਾਰਡ ਕਰਨ। ਅਤੇ ਅਖੀਰ 'ਤੇ ਅਸੀਂ ਬਸ ਆਹੀ ਕਹਿਣਾ ਚਾਹੂੰਗਾ ਕਿ ਅਗਲੇ ਸੈਗਮੈਂਟ 'ਚ ਅਸੀਂ ਜਿਹੜੀਆਂ ਸਾਡੇ ਦੁਆਰਾ ਸਮੱਸਿਆਵਾਂ ਔਖਾਈਆਂ ਜਿਹੜੀਆਂ ਸਾਨੂੰ ਇਸ ਮੁਲਕ 'ਚ ਆ ਕੇ ਆਉਂਦੀਆਂ ਜਾਂ ਚੈਨਲ ਨੂੰ ਫੋਲੋ ਕਰਕੇ ਤੁਸੀਂ ਆਪਣਾ ਕੁਐਸਚਨਸ ਵੀ ਸਾਨੂੰ ਸੈਂਡ ਕਰ ਸਕਦੇ ਹੋ। ਆਈ ਥਿੰਕ Of ਦੈਟ course. ਵਿਲ ਬੀ ਦ ਬੈਸਟ। ਸਾਡੇ ਵਾਸਤੇ ਆਨਸਰ ਕਰਨਾ ਹੈ ਨਾ, ਡਿਸਕਸ ਕਰਨਾ ਹੋਰ ਸੌਖਾ ਹੋ ਜਾਏਗਾ ਬਿਕੋਜ਼ ਹਾਂਜੀ, ਕਿ ਉਹੀ ਕਿ ਇਹ 'ਚ ਕੋਈ ਆਨਸਰ ਨਹੀਂ ਆ, ਵਿਚਾਰ ਚਰਚਾ, ਅਸੀਂ ਇੱਕ ਦੂਜੇ ਤੋਂ ਸਿੱਖਣ ਆਏ ਆ ਹੈ ਨਾ, ਕਿ ਉਹੀ ਗੱਲ। ਪਰ ਉਹੀ ਭੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।